यो 580 AM तो स्वागत है। प्रोग्राम परवाज हुण तो लैके 12 बजे तक तुहाडा मेरा साथ रहेगा। इस प्रोग्राम विच पिछले 2 हफ्तिਆਂ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਪਰਸਨੈਲਿਟੀ ਪ੍ਰੋਫਾਈਲ ਜਿਹਦੇ ਵਿੱਚ ਕਿਸੇ ਖਾਸ ਇੱਕ ਸ਼ਖਸੀਅਤ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਬਾਰੇ, ਕਿਵੇਂ ਉਹਨਾਂ ਨੇ ਅਚੀਵ ਕੀਤਾ, ਜ਼ਿੰਦਗੀ ਦੀ ਉਹਨਾਂ ਦੀ ਸਕਸੈਸ ਸਟੋਰੀ ਕੀ ਹੈ। सौ वारी नेरी ने टाए महल उसारे चावां नाल, 100 वारी नेरी ने टाए महल उसारे चावां नाल, पर ना दिल दा रिश्ता टुटिया कुछ नावां कुछ थावां नाल। बेड़ी पत्तन भरी नदी ते आवे खौफ मलाहां तो, हंजुआं दी मैं सांझ है पाई रेत बने दरियावां नाल। एवें कातों झूरे जिंदे छड्ड के तुर गए सजना ते, किन्ना कुछ चिर जुड़ सकता है राही कोई सरावां नाल। जीवन दुख सुख लुकण मीठी खेड सकी तां हस के खेड, खेड़े खुशबू वंडदा जा तूं रह के धुप्पां छावां नाल। ते इन्हां खेड़ियां खुशबुआं दी गल प्रोग्राम परसनैलिटी प्रोफाइल दे विच अज एडमिंटन तो, वैसे जिन्ने भी तुसीं इत्थे रहिंदे हो नवें जां पुराने, यू नो हैम, कोई भी उन्हां दे नां तो इस तरह नहीं कि ना वाकिफ होवे। अज दे प्रोग्राम विच गलबात करांगे नरेश भारद्वाज होरां दे नाल। जी आयां नूं, सत श्री अकाल, वेलकम, स्वागत तुहाडा। थैंक यू जी, सत श्री अकाल। थैंक यू, तुसीं समां कढ के आए हो परसनैलिटी प्रोफाइल प्रोग्राम दे विच। ते ਤੁਹਾਨੂੰ ਤਾਂ ਮੇਰਾ ਖਿਆਲ ਐਡਮਿੰਟਨ ਚ ਰਹਿੰਦੇ ਨੂੰ ਬੜਾ ਅਰਸਾ ਹੋ ਗਿਆ ਜੀ। ਇੱਥੋਂ ਦੀਆਂ ਧੁੱਪਾਂ ਛਾਵਾਂ ਤੁਸੀਂ ਬੜੀਆਂ ਵੇਖੀਆਂ ਹੋਣਗੀਆਂ। ਬਿਲਕੁਲ ਜੀ, ਅਸੀਂ 1976 ਦੇ ਵਿੱਚ ਐਡਮਿੰਟਨ ਚ ਆਏ ਸੀਗੇ ਜੀ। ਸੋ ਅੱਛਾ ਜੀ, ਯੂਰ ਐਬਸੋਲੂਟਲੀ ਰਾਈਟ। ਬਹੁਤ ਕਾਫੀ ਧੁੱਪਾਂ ਛਾਵਾਂ, ਯੂ ਨੋ, ਅਪਸ ਐਂਡ ਡਾਊਨਸ, ਸਨੋ ਵੀ ਬੜੀ ਦੇਖੀ ਹੈ, ਬੂਮਸ ਐਂਡ ਬਸਟ, ਆਲ ਕਾਈਂਡਸ ਆਫ ਸਨੋ, ਸਭ ਕੁਛ ਹੀ ਦੇਖਿਆ ਜੀ। ਕਮਿਊਨਿਟੀ ਦੀ ਗਰੋਥ 300,000 400,000 ਤੋਂ ਲੈ ਕੇ ਓਵਰ 1 ਮਿਲੀਅਨ ਰਾਈਟ ਨਾਓ ਜੋ ਐਡਮਿੰਟਨ ਦੀ ਪਾਪੂਲੇਸ਼ਨ ਆ ਜੀ। ਔਰ ਹੈਂਡਫੁਲ ਜਿਹੜੇ ਆਪਣੀ ਕਮਿਊਨਿਟੀ ਦੇ ਐਟ ਦ ਟਾਈਮ ਅਸੀਂ ਇੱਥੇ ਸੀਗੇ ਜੀ ਜੀ। ਤੋ ਅੱਜ ਜੋ ਤੁਸੀਂ ਇੱਥੇ ਦੇਖ ਰਹੇ ਆ ਸਾਡੀ ਯੂ ਨੋ ਸਾਊਥ ਈਸਟ ਐਡਮਿੰਟਨ ਔਰ ਐਡਮਿੰਟਨ ਫॉर दैट ਮੈਟਰ ਭਰਿਆ ਪਿਆ ਆਪਣੇ ਕਮਿਊਨਿਟੀ ਦੇ ਨਾਲ। ਸੋ ਕੁਆਇਟ ਇੰਜੋਏਬਲ। ਜੋ ਅਸੀਂ ਸਾਰਾ ਇਹ ਇੱਕ ਪ੍ਰੋਗਰੈਸ਼ਨ ਅਸੀਂ ਦੇਖਿਆ ਜੀ, ਇਹਨੂੰ ਵਿਟਨੈਸ ਕੀਤਾ। ਔਰ ਜਿਸ ਅਸੀਂ ਅੱਜ ਮਿਲਵੁੱਡਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਅਸੀਂ ਇੱਥੇ 77 ਦੇ ਰਹਿ ਰਹੇ ਹਾਂ, ਮੂਵ ਹੋ ਗਏ ਸੀ ਅਸੀਂ 77 ਦੇ ਵਿੱਚ। ਅੱਛਾ ਜੀ। ਤੇ ਇਹਦੀ ਸਾਰੀ ਦੀ ਸਾਰੀ ਅਸੀਂ ਗਰੋਥ ਦੇਖੀ ਹੈ ਜੀ। ਸੋ क्या बात है जी। सो सब तो पहला तां तुसीं अपने बारे दस्सिओ कि पंजाब तो किहड़ी थां तो तुसीं, कित्थों तुसीं इत्थे पहुंचे, परिवार दे नाल आए जां किवें तुसीं इत्थे आए 1976 दे विच? साडा पिंड हैगा जी पंडोरी निजरा। अच्छा जी, बड़ा मशहूर है पिंड। हाँ, बबरां दा पिंड कहंदे जी ਉਹਨੂੰ। ਔਰ ਇਹ ਜਲੰਧਰ ਡਿਸਟ੍ਰਿਕਟ ਦੇ ਵਿੱਚ ਆਦਮਪੁਰ ਦੇ ਨਜ਼ਦੀਕ ਪੈਂਦਾ ਜੀ, ਜਿਹੜਾ ਆਦਮਪੁਰ ਰੋਡ ਦੇ ਉੱਤੇ, ਆਦਮਪੁਰ ਤੋਂ 4 ਕਿਲੋਮੀਟਰ ਤੇ ਹੋਣਾ ਇਹ। ਹਾਂਜੀ। ਤੇ ਅਸੀਂ 76 ਦੇ ਵਿੱਚ, ਮੈਂ ਤਾਂ ਉਦੋਂ 17 ਸਾਲ ਦਾ ਸੀ, 10ਵੀਂ ਪਾਸ ਕਰਕੇ ਆਪਣੇ ਪੇਰੈਂਟਸ ਦੇ ਨਾਲ ਇੱਥੇ ਕੈਨੇਡਾ ਦੇ ਵਿੱਚ ਆਏ ਸੀ। ਉਸ ਟਾਈਮ ਤੇ ਐਕਚੁਅਲੀ ਨਾ ਡੈਡ ਸਾਡੇ ਪਹਿਲਾਂ ਇੰਗਲੈਂਡ ਹੁੰਦੇ ਸੀਗੇ। ਅੱਛਾ ਜੀ। ਤੇ ਉਹਨਾਂ ਨੂੰ ਸਾਡੇ ਇੱਕ ਫੈਮਿਲੀ 'ਚ ਡੈਥ ਹੋ ਗਈ ਸੀਗੀ। ਤੇ ਉੱਥੇ ਉਹਨਾਂ ਨੂੰ ਉਹਨਾਂ ਦਾ ਬਿਜ਼ਨਸ ਸਾਡੇ ਚਾਚਾ ਜੀ ਦਾ ਸੀਗਾ, ਉਹਨਾਂ ਦੀ ਟੇਕ ਕੇਅਰ ਕਰਨ ਗਿਆ ਸੀ। ਤੇ ਉੱਥੋਂ ਫਿਰ ਉਹਨਾਂ ਨੂੰ ਲੱਗਾ ਵੀ ਅੱਗੇ ਚੱਲ ਜਾਣਾ ਚਾਹੀਦਾ। ਤੇ ਉਸ ਟਾਈਮ ਤੇ ਵੀ ਅਲਬਰਟਾ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਦਾ ਪ੍ਰੋਗਰਾਮ ਚੱਲਦਾ ਸੀ ਔਰ ਬਹੁਤ ਜ਼ਿਆਦਾ ਲੇਬਰ ਦੀ ਸ਼ੋਰਟੇਜ ਸੀਗੀ, ਸਪੈਸ਼ਲੀ ਜਿਹੜੀਆਂ ਸਕਿਲ ਟ੍ਰੇਡਸ ਦੀ ਸ਼ੋਰਟੇਜ ਸੀਗੀ। ਤੇ ਉੱਥੇ ਇੱਕ ਕੰਪਨੀ ਗਈ ਸੀ ਇੱਥੋਂ ਐਡਮਿੰਟਨ ਤੋਂ, ਜਿਨ੍ਹਾਂ ਨੇ ਸਾਡੇ ਡੈਡ ਨੂੰ ਉੱਥੇ ਇੰਟਰਵਿਊ ਇੰਗਲੈਂਡ ਤੇ ਹੀ ਕੀਤਾ ਸੀ। ਅੱਛਾ ਜੀ। ਔਰ ਉੱਥੇ ਹੀ ਉਹਨਾਂ ਨੂੰ ਯੂ ਨੋ ਉਹਨਾਂ ਨੇ ਫਿਰ ਅਪਲਾਈ ਕੀਤਾ ਵੀਜ਼ੇ ਲਈ, ਤਾਂ ਨਾਲ ਫਿਰ ਐਜ਼ ਅ ਫੈਮਿਲੀ। ਉਹ ਸਾਡੇ ਤੋਂ ਥੋੜਾ ਟਾਈਮ ਪਹਿਲਾਂ ਆ ਗਿਆ ਸੀ, ਪਰ ਅਸੀਂ 76 'ਚ ਇੱਥੇ ਆ ਗਏ ਸੀ। ਸੋ ਜਦੋਂ 1976 'ਚ ਇੱਥੇ ਆਏ, ਉਹਨਾਂ ਨੇ ਇੱਥੇ ਆ ਕੇ ਤੁਹਾਨੂੰ ਸਪਾਂਸਰ ਕੀਤਾ, ਸੱਦਿਆ, ਜਾਂ ਇੰਗਲੈਂਡ ਤੋਂ ਹੀ ਨਾਲ ਹੋ ਗਿਆ ਸੀ ਤੁਹਾਡਾ? ਨਹੀਂ, ਸਾਡਾ ਉੱਥੋਂ ਹੀ ਇਕੱਠਿਆਂ ਦਾ ਸਾਰੀ ਫੈਮਿਲੀ ਦਾ ਹੋ ਗਿਆ ਸੀਗਾ ਜੀ। ਅੱਛਾ ਜੀ। ਤੇ ਉਹਨਾਂ ਨੇ ਜਿੱਦਾਂ ਪਹਿਲਾਂ ਨੈਚੁਰਲੀ ਆਪ ਆਏ ਵੀ ਇੱਥੇ, ਯੂ ਨੋ, ਉਸ ਟਾਈਮ ਤੇ ਇੱਕ ਬਹੁਤ ਹੀ ਵੱਡਾ ਚੈਲੰਜ ਐਡਮਿੰਟਨ ਦੇ ਵਿੱਚ ਸੀਗਾ ਜੀ। ਜੌਬਾਂ ਇੰਨੀਆਂ ਜ਼ਿਆਦੀਆਂ ਸੀਗੀਆਂ। ਅੱਛਾ ਜੀ। ਪਰ ਰਹਿਣ ਨੂੰ ਜਗ੍ਹਾ ਨਹੀਂ ਸੀ ਮਿਲਦੀ। I see. ਸੋ ਮੈਨੂੰ ਯਾਦ ਆ ਜੀ, ਸਾਡੇ ਜਦੋਂ ਡੈਡੀ ਹੁਣੀ ਦੱਸਦੇ ਹੁੰਦੇ ਆ,
ਬਈ ਇੱਥੇ ਈਵਨ ਜਿੱਥੇ ਕਿ ਕਿਸੇ ਗਰਾਜ ਦੇ ਵਿੱਚ ਕੰਮ ਕਰਦੇ ਸੀ, ਗਰਾਜ ਦੇ ਵਿੱਚ ਹੀ ਉਹਨਾਂ ਨੂੰ ਸੌਣਾ ਪੈਂਦਾ ਸੀ। ਅੱਛਾ ਜੀ। ਇੰਨਾ ਮਤਲਬ ਟਾਈਟ ਸੀਗੀ ਅਪਾਰਟਮੈਂਟਾਂ ਦੀ ਸਿਚੁਏਸ਼ਨ। ਸਾਨੂੰ ਵੀ 124 ਸਟਰੀਟ ਦਾ 109th ਐਵਨਿਊ ਦੇ ਉੱਤੇ ਨਾ ਜੀ ਸਪਾਰਿਸ਼ ਦੇ ਨਾਲ 2 ਬੈਡਰੂਮ ਅਪਾਰਟਮੈਂਟ ਮਿਲੀ ਸੀਗੀ। ਅੱਛਾ ਜੀ। ਜਿਸ ਤੇ ਜਦੋਂ ਅਸੀਂ ਲੈਂਡ ਹੋਏ ਆ ਜਿੱਥੇ ਅਸੀਂ ਗਏ ਆ। ਅੱਛਾ ਸੋ ਬਹੁਤ ਹੀ ਟਾਈਟ ਸਿਚੁਏਸ਼ਨ ਜੀ, ਪਰ ਜੌਬਾਂ ਤੁਸੀਂ ਇੱਕ ਦਿਨ ਚ ਜੌਬ ਭਾਵੇਂ 2-2 3-3 ਲੈ ਲਓ, ਅੱਛਾ ਜੀ, ਪਰ ਨੋ ਪਲੇਸ ਟੂ ਲਿਵ। ਕਿਆ ਬਾਤ ਹੈ ਜੀ, ਕਿਆ ਸਥਿਤੀ ਹੋਏਗੀ। ਹੁਣ ਤੁਸੀਂ ਦੇਖੋ, ਹੁਣ ਤਾਂ ਗਰੋਥ ਬਹੁਤ ਹੈ, ਪਰ ਅਪਾਰਟਮੈਂਟ ਘਰ ਬਹੁਤ ਜ਼ਿਆਦਾ ਹੁਣ ਤਾਂ ਬਣ ਗਏ। ਹੁਣ ਬਣ ਗਏ, ਪਰ ਹੁਣ ਜਿਹੜਾ ਸਿਚੁਏਸ਼ਨ ਹੈ ਜੀ, ਹੁਣ ਡਿਫਰੈਂਟ ਸਿਚੁਏਸ਼ਨ ਆ ਗਈ ਆ। ਅੱਗੇ ਵੀ ਸਿਚੁਏਸ਼ਨ ਅੱਜ ਦੀ ਡੇਟ 'ਚ ਇਹ ਆ ਗਈ ਆ ਵੀ ਅਫੋਰਡੇਬਿਲਿਟੀ ਇਸ਼ੂਜ਼ ਆਉਣੇ ਸ਼ੁਰੂ ਹੋ ਗਏ ਆ। ਹਾਂਜੀ। ਇੱਕ ਟਾਈਮ ਤੇ ਇੰਨੀ ਜ਼ਿਆਦਾ ਮਾਰਕੀਟ ਫਲੱਡ ਹੋ ਗਈ ਸੀ, ਲੱਗਦਾ ਸੀਗਾ ਵੀ ਹਾਊਸਿੰਗ ਮਾਰਕੀਟ ਕੋਲੈਪਸ ਹੋ ਸਕਦੀ ਹੈ। ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਨਾ ਲੋਟ ਮਿਲ ਰਹੀ ਆ, ਨਾ ਅਫੋਰਡੇਬਲ ਤੁਹਾਨੂੰ ਘਰ ਮਿਲ ਰਹੇ ਆ। 1.5 2 ਸਾਲ ਘਰ ਸਾਲ ਘਰ ਬਣਦਿਆਂ ਨੂੰ ਲੱਗ ਜਾ ਰਿਹਾ। ਅੱਜ ਉਹੀ ਸਥਿਤੀ ਫਿਰ ਵਾਪਸ ਆਉਣ ਵਾਲੀ ਹੈ। ਲੇਬਰ ਸ਼ੋਰਟੇਜ ਇਜ਼ ਅ ਹਿਊਜ ਕੰਸਰਨ। ਕੱਲ ਮੈਂ ਕੈਲਗਰੀ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਜੀ, ਕਹਿੰਦੇ ਜੀ ਮੈਕਡੋਨਲਡ ਵਾਲੇ ਆਲਮੋਸਟ ਵਿਲਿੰਗ ਟੂ ਪੇ $20+ ਇਨ ਕੈਲਗਰੀ। ਮੈਕਡੋਨਲਡ ਆਏ ਬਈ, ਕਿਉਂਕਿ ਇੰਨੀ ਜ਼ਿਆਦੀ ਲੇਬਰ ਸ਼ੋਰਟੇਜ ਹੋ ਗਈ, ਕੰਮ ਕਰਨ ਵਾਲੇ ਨਹੀਂ ਲੱਭਦੇ। ਨਹੀਂ ਲੱਭ ਰਹੇ। ਕੋਵਿਡ ਦੀ ਸਥਿਤੀ ਹੈ ਜਾਂ ਜੌਬਸ ਲੋਕ ਨਹੀਂ ਕਰਨਾ ਚਾਹੁੰਦੇ, ਸੋ ਕਾਫੀ ਕੁਝ ਰਲਿਆ ਮਿਲਿਆ ਇਸ ਸਮੇਂ ਤੇ, ਹੈ ਨਾ। ਕਾਫੀ ਡਿਫਰੈਂਟ ਇਸ਼ੂਜ਼ ਹੈ ਜੀ। ਉਸ ਟਾਈਮ ਦੇ ਇਸ਼ੂਜ਼ ਜਦੋਂ ਅਸੀਂ ਦੇਖਦੇ ਹਾਂ, ਕੋਈ ਲਿਮਿਟਡ ਕਮਿਊਨਿਟੀ ਪਲੱਸ ਅਸੀਂ ਤਾਂ ਹੁਣ ਪਿੰਡਾਂ ਚੋਂ ਆਏ ਆ। ਲੈਂਗੁਏਜ ਇਜ਼ ਅ ਹਿਊਜ ਬੈਰੀਅਰ। ਨਾ ਕੋਈ ਸਾਨੂੰ ਜਿਹੜਾ ਇੰਗਲਿਸ਼ ਮੀਡੀਅਮ ਸਕੂਲਾਂ ਚ ਪੜ੍ਹਦੇ ਆਏ ਸੀਗੇ, ਪੰਜਾਬੀ ਸਕੂਲਾਂ ਚ ਪੜ੍ਹਦੇ ਆਏ ਆ। ਹਾਂਜੀ। ਤੇ ਮੇਰਾ ਖਿਆਲ 5ਵੀਂ 6ਵੀਂ ਚੋਂ ਤਾਂ ABC ਸਟਾਰਟ ਹੁੰਦੀ ਸੀ ਉਦੋਂ, ਤੇ 10ਵੀਂ ਤੱਕ ਪੜ੍ਹੇ ਆ। ਤੇ 3-4 ਸਾਲ ਤੁਸੀਂ ABC ਪੜ੍ਹੇ। ਜਦੋਂ ਮੈਂ ਇੱਥੇ ਆਇਆ ਤੇ ਮੈਨੂੰ 10ਵੀਂ 'ਚ ਹੀ ਐਡਮਿਸ਼ਨ ਮਿਲ ਗਈ। ਉੱਥੇ ਅਸੀਂ ਕਾਲਜ ਸਟਾਰਟ ਕੀਤਾ ਸੀ। ਉੱਥੇ 10ਵੀਂ ਕਰਕੇ ਆਏ ਸੀ? ਉੱਥੇ 10ਵੀਂ ਪਾਸ ਕੀਤੀ ਸੀ ਆਦਮਪੁਰ ਤੋਂ ਮੈਂ। ਤੇ 10ਵੀਂ ਦੇ ਵਿੱਚ ਫਿਰ ਕਾਲਜ ਹਲੇ ਸਟਾਰਟ ਹੀ ਕੀਤਾ ਸੀ। ਠੀਕ ਹੈ। ਤੇ ਇੱਥੇ ਆ ਗਏ। ਇੱਥੇ 10ਵੀਂ 'ਚ ਕਿਉਂਕਿ ਮੇਰੀ ਏਜ ਸੀਗੀ, ਮੈਨੂੰ 10ਵੀਂ 'ਚ ਹੀ ਇੱਥੇ ਐਡਮਿਸ਼ਨ ਮਿਲ ਗਈ ਜੀ। ਉੱਥੇ ਹੁਣ ਤੁਸੀਂ ABC ਪੜ੍ਹਦੇ ਆਏ ਆ, ਅਸੀਂ ਤਾਂ ਇੱਥੇ ਤੁਸੀਂ ਮਕਬੈਥ ਆ ਗਿਆ ਜੀ, ਹੋਰ ਨਾਵਲ ਪੜ੍ਹੋ ਜੀ, ਉਹਦੀ ਸ਼ਾਰਟ ਹੈਂਡ ਤਾਂ ਹੋਰ, ਆਪਣੇ ਸ਼ਾਰਟ ਸਟੋਰੀਜ਼ ਤਾਂ ਹੋਰ। ਬੜਾ ਮੁਸ਼ਕਿਲ ਹੋ ਗਿਆ। ਇੱਕ ਤਾਂ ਕਲਚਰਲ ਸ਼ੌਕ ਹੋਏਗਾ ਕਿ ਕਿੱਥੋਂ ਆ ਕੇ ਤੁਸੀਂ ਕਿੱਥੇ ਆਪਣਾ ਬੰਦਾ ਕੋਈ ਲੱਭਦਾ ਹੁੰਦਾ ਸੀ, ਹੁੰਦੇ ਨਹੀਂ ਸੀ, ਮੈਨੂੰ ਲੱਗਦਾ ਉਸ ਸਮੇਂ ਤੇ, ਹੈ ਨਾ। ਸਾਡੇ ਜੇ ਸਕੂਲ 'ਚ, ਮੈਂ ਰੌਸ ਸ਼ੈਪਰਡ ਸਕੂਲ 'ਚ 10ਵੀਂ 'ਚ ਸਟਾਰਟ ਕੀਤਾ ਜੀ। ਅੱਛਾ ਜੀ। ਸਾਡੇ ਟੋਟਲ 3 ਜਾਂ 4 ਜਣੇ ਅਸੀਂ ਇੰਡੀਆ ਤੋਂ ਹੋਣੇ ਆ, ਨਾ ਕਿ ਪੰਜਾਬ ਤੋਂ, ਇੰਡੀਆ ਤੋਂ। ਅੱਛਾ ਜੀ। ਔਰ ਇੱਕ ਬੰਦਾ ਸੀਗਾ ਜਿਹੜਾ ਕਿ ਜਿਹਨੂੰ ਹਿੰਦੀ ਆਉਂਦੀ ਸੀ। ਸਾਨੂੰ ਤਾਂ ਇੱਕ ਇੰਗਲਿਸ਼ ਦਾ ਲਫ਼ਜ਼ ਵੀ ਨਹੀਂ ਸੀ ਆਉਂਦਾ। ਯੈਸ ਨੋ ਵੀ ਇੱਥੇ ਆ ਕੇ ਸਿੱਖੀ ਆ ਜੀ। ਕਿਉਂਕਿ ਉਸ ਟਾਈਮ ਤੇ ਨਾ ਮੀਡੀਆ ਦਾ ਇਨਫਲੂਐਂਸ ਹੈਗਾ, ਨਾ ਕੁਛ ਇਦਾਂ ਦਾ ਇਨਫਲੂਐਂਸ ਹੈਗਾ। ਇਵਨ ਤੁਸੀਂ 76 ਦੀ ਗੱਲ ਕਰਦੇ ਹੋ, ਉਸ ਤੋਂ ਕਾਫੀ ਅਰਸਾ ਬਾਅਦ ਤੁਸੀਂ ਜਦੋਂ ਪੰਜਾਬ ਦੇ ਵਿੱਚ ਇੱਕ ਵੱਖਰਾ ਜਿਹਾ ਦੌਰ ਆ 1984 ਤੇ ਉਸ ਤੋਂ ਬਾਅਦ ਵੀ, ਉਦੋਂ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ, ਕਿਉਂਕਿ ਇੰਗਲਿਸ਼ ਨੂੰ ਜਾਂ ਹਿੰਦੀ ਭਾਸ਼ਾ ਕਹਿੰਦੇ ਸੀ। ਨਹੀਂ ਜੀ, ਪੰਜਾਬੀ ਐਨ ਪੰਜਾਬੀ। ਤੇ ਉਸ ਤੋਂ ਪਹਿਲਾਂ ਇੱਕ ਇਮੇਜਿਨ ਕਿ 1976 ਤੁਸੀਂ ਇੱਕ ਬੜੇ ਫ੍ਰੀ ਜਿਹੇ ਮਾਹੌਲ 'ਚ ਉੱਥੇ ਆਏ, ਤੇ 16-17 ਸਾਲ ਦਾ ਜਦੋਂ ਬੱਚਾ ਹੁੰਦਾ, ਤੁਹਾਨੂੰ ਜ਼ਿੰਦਗੀ ਦਾ ਉਹਨਾਂ ਪਤਾ ਵੀ ਨਹੀਂ ਹੁੰਦਾ ਕਿ ਕਿੱਧਰਲੇ ਪਾਸੇ ਨੂੰ ਜਾਣਾ ਹੈ ਨਾ। ਨਾਲੇ ਪਤਾ ਕੀ ਜੀ, ਉੱਤੇ ਉਸ ਟਾਈਮ ਤੇ ਸਿਚੁਏਸ਼ਨ ਇਦਾਂ ਦੀ ਸੀਗੀ ਬਈ, ਉਹ ਕਿਹੜਾ ਸੀਗਾ ਵੀ ਅੱਜ ਦੇ ਵੀ ਤੁਹਾਡੇ ਘਰ, ਮੇਰਾ ਖਿਆਲ ਮੈਨੂੰ ਲੱਗਦਾ ਜੀ ਸਾਡੇ 74-75 ਤੇ ਆਉਣ ਤੋਂ ਪਹਿਲਾਂ ਹੀ TV ਆਇਆ ਸੀ ਬਲੈਕ ਐਂਡ ਵਾਈਟ ਜੀ। ਉਹ ਵੀ 2 ਜਾਂ 3 ਚੈਨਲ ਆਉਂਦੇ ਹੁੰਦੇ ਸੀ। ਉੱਥੇ ਇੰਗਲਿਸ਼ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਸੀਗਾ। ਉਹ ਵੀ ਕਿਸੇ ਨੂੰ ਕਿਹਾ ਵੀ ਬਾਹਰ ਕਿੱਧਰ ਨੂੰ ਨਿਕਲਣਾ, ਜੇ ਕਦੇ ਮੂਵੀ ਦੇਖਣ ਚੱਲ ਗਿਆ, ਪਤਾ ਹੀ ਹੁੰਦਾ ਸੀ ਵੀ ਉਹ ਸਾਰੇ ਤੁਰੇ ਉਧਰ ਨੂੰ, ਤੁਸੀਂ ਚੱਲ ਜਾਓ, ਐਗਜ਼ਿਟ ਵਗੈਰਾ ਕਿਹਨੂੰ ਪਤਾ ਹੁੰਦਾ ਸੀ। ਕਿਉਂ ਤੁਸੀਂ ਪੜ੍ਹਦੇ ਆ ਇੰਗਲਿਸ਼, ਭਾਵੇਂ ਅਨਲੈਸ ਤੁਸੀਂ ਇੰਗਲਿਸ਼ ਮੀਡੀਅਮ 'ਚ ਪੜ੍ਹਦੇ ਆ, ਤੁਹਾਨੂੰ ਓਪਰਚੁਨਿਟੀਜ਼ ਮਿਲਦੀਆਂ ਬੋਲਣ ਦੀ, ਤੁਸੀਂ ਕਦੀ ਧਿਆਨ ਵੀ ਨਹੀਂ ਦਿੰਦੇ। ਹੁਣ ਤਾਂ ਤੁਹਾਨੂੰ ਦੇ ਮਾਹੌਲ ਦਾ ਫਰਕ ਵੀ ਬਹੁਤ ਸੀ। ਨਹੀਂ ਨਾ ਜੀ, ਤੁਹਾਨੂੰ ਲੱਗਦਾ ਹੀ ਨਹੀਂ। ਅਸੀਂ ਕਹਣਾ ਯਾਰ ਕੈਨੇਡਾ ਜਾਣਾ, ਇੱਥੇ ਸਾਡੇ ਪਿੰਡ ਵਾਲੇ ਹੁੰਦੇ ਸੀ, ਵਿਲੀਅਮਸ ਲੇਕ ਰਹਿੰਦੇ ਸੀ, ਉਹਨਾਂ ਨੂੰ ਇਹੀ ਹੁੰਦਾ ਸੀ ਵੀ ਉੱਥੇ ਫੱਟੇ ਖਿੱਚਦੇ ਸਾਰੇ, ਵੀ ਅਸੀਂ ਵੀ ਜਾ ਕੇ ਫੱਟੇ ਖਿੱਚਣੇ। ਉਹਨਾਂ ਨੂੰ ਵੀ ਉਹ ਵਿਚਾਰੇ 5ਵੀਂ 6ਵੀਂ ਪੜ੍ਹ ਕੇ ਆਏ ਹੋ ਸੀ, ਵੀ ਅਸੀਂ ਤਾਂ ਫੇਰ 10ਵੀਂ ਪੜ੍ਹੀ ਹੋਆ, ਵੀ ਜੇ ਉਹਨਾਂ ਦਾ ਸਰੀ ਜਾਂਦਾ ਤਾਂ ਸਾਡਾ ਵੀ ਸਰੀ ਜਾਣਾ। ਪਰ ਉਹ ਜੋ ਮਾਈਂਡ ਸੈਟ ਸੀਗਾ ਨਾ ਜੀ, ਉਹ ਉੱਥੇ ਕੀ ਸੀਗਾ, ਉੱਥੇ ਕੀ ਲਿਮਿਟ ਸੀਗਾ। ਹਾਲਾਂਕਿ ਸਾਡੇ ਡੈਡੀ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਸੀਗੀ, ਇਹਨਾਂ ਨੂੰ ਉਸ ਫੀਲਡ ਦੇ ਵਿੱਚ ਇੱਥੇ ਜੌਬ ਵੀ ਮਿਲੀ ਇਹਨਾਂ ਨੇ, ਕਿਉਂਕਿ ਹੈਂਡਸ ਔਨ ਇਹਨਾਂ ਦਾ ਸੀਗਾ। ਇਹਨਾਂ ਨੂੰ ਹੈਵੀ ਡਿਊਟੀ ਮਕੈਨਿਕ ਦੀ ਜੌਬ ਮਿਲ ਗਈ, ਤੇ ਪਾਸ ਸਾਡਾ ਉਧਰ ਨੂੰ ਦਿਮਾਗ ਹੀ ਨਹੀਂ ਗਿਆ ਵੀ ਅਸੀਂ ਵੀ ਕਰਨਾ ਚਾਹੀਦਾ ਜਾਂ ਕੁਝ ਕਰਨਾ, ਨਾ ਉਸ ਟਾਈਮ ਤੇ ਇੰਨਾ ਜ਼ਿਆਦਾ ਫੈਮਿਲੀ ਦਾ ਪ੍ਰੈਸ਼ਰ ਹੀ ਹੁੰਦਾ ਸੀ ਵੀ ਤੁਸੀਂ ਆਹ ਬਣੋ ਜੀ, ਠੀਕ ਆ ਵੀ ਆਜ਼ਾਦ ਜੀ ਜ਼ਿੰਦਗੀ ਸੀ। ਹੁਣ ਇਦਾਂ ਵੀ ਘਰ ਦੀ ਟਰਾਂਸਪੋਰਟ ਚੱਲਦੀ ਆ ਬਾਬੇ ਦੀ, ਉਹ ਪਤਾ ਵੀ ਆਹ ਨਹੀਂ ਹੈਗਾ ਤਾਂ ਟਰਾਂਸਪੋਰਟ ਦਾ ਹੈਗੀ ਆ।
ਸੋ ਪੰਡੋਰੀ ਨਿਜਰਾਂ ਤੋਂ ਹਾਂਜੀ ਤੇ ਫਿਰ ਸਿੱਧੇ ਤੁਸੀਂ ਪਹੁੰਚੇ ਐਡਮਿੰਟਨ। ਪੰਡੋਰੀ ਨੇ ਜਦੋਂ ਤੋਂ ਸਿੱਧੇ ਐਡਮਿੰਟਨ ਹੀ ਆਏ ਜੀ ਅਸੀਂ। ਅੱਛਾ ਜੀ, ਤੇ ਐਡਮਿੰਟਨ ਦੇ ਵਿੱਚ ਹੀ ਤੁਸੀਂ ਹੁਣ ਆਲ ਦਾ ਟਾਈਮ ਹੁਣ ਤੱਕ ਵੀ ਤੁਸੀਂ ਇੱਥੇ ਪੂਰੇ ਦਾ ਐਡਮਿੰਟਨ। ਪੂਰਾ ਟਾਈਮ ਜੀ ਮੇਰਾ। ਕਿਆ ਬਾਤ ਹੈ ਜੀ। ਸਾਡੀ ਸਾਰੀ ਫੈਮਿਲੀ, ਸਾਡੇ ਬੱਚੇ, ਗ੍ਰੈਂਡ ਕਿਡਸ, ਦੇ ਆਰ ਆਲ ਬੋਰਨ ਹੇਅਰ। ਜੀ ਜੀ। ਤੇ ਫਿਰ ਉਸ ਤੋਂ ਬਾਅਦ ਜਦ ਤੁਸੀਂ ਸਕੂਲ ਤੁਹਾਨੂੰ ਪੜ੍ਹਨ ਪਾਤਾ, ਤੁਸੀਂ ਹਿੰਦੀ ਬੋਲਣ ਵਾਲਾ ਇੱਕ ਬੰਦਾ ਉੱਥੇ ਮਿਲਿਆ, ਤੁਸੀਂ ਬੜੇ ਖੁਸ਼ ਹੋ ਕਿ ਚਲੋ ਕੋਈ ਤਾਂ ਆਪਣੀ ਭਾਸ਼ਾ ਬੋਲਦਾ, ਕਿਸੇ ਨੂੰ ਤਾਂ ਪਤਾ। ਉਸ ਤੋਂ ਬਾਅਦ ਕਿਹੋ ਜਿਹਾ ਚੈਲੰਜ ਰਿਹਾ? ਕਿਉਂਕਿ ਅਕਸਰ ਜਦੋਂ ਪੇਰੈਂਟਸ ਇੱਥੇ ਵੀ ਬੱਚਿਆਂ ਨੂੰ, ਈਵਨ ਅੱਜ ਦਾ ਵੀ ਸੰਭਵ ਉਹ ਚੈਲੰਜ ਅਜੇ ਵੀ ਹੈਗਾ, ਜਦੋਂ ਘਰ ਤੁਸੀਂ ਪੰਜਾਬੀ ਜ਼ਿਆਦਾ ਬੋਲਦੇ ਹੋ ਨਾ, ਪਹਿਲੀ ਦੂਜੀ ਜਦੋਂ ਬੱਚਾ ਸਕੂਲ ਨੂੰ ਤੁਸੀਂ ਤੋਰਦੇ ਹੋ ਤੇ ਬਹੁਤੇ ਬੱਚੇ ਸਕੂਲ ਜਾ ਕੇ ਬਹੁਤ ਸਟਰਗਲ ਕਰਦੇ ਆ। ਰਾਈਟ। ਤੇ ਉਸ ਤੋਂ ਬਾਅਦ ਤੁਹਾਡਾ ਕਿਹੋ ਜਿਹਾ ਸਟਰਗਲ ਰਿਹਾ ਤੇ ਕਿਵੇਂ ਉਸ ਤੋਂ ਬਾਅਦ ਤੁਸੀਂ ਫਿਰ ਫਰਦਰ ਐਜੂਕੇਸ਼ਨ 'ਚ ਤੁਸੀਂ ਅੱਗੇ ਤੁਰੇ? ਸਾਡੇ ਨਾਲ ਜੀ ਉਸ ਟਾਈਮ ਤੇ ਤਾਂ ਸੀਗਾ ਵੀ ਘਰ 'ਚ ਤਾਂ ਆਬਵੀਅਸਲੀ ਅਸੀਂ ਪੰਜਾਬੀ ਬੋਲਦੇ ਹਾਂ। ਹਾਂਜੀ। ਤੇ ਫਿਰ ESL ਕਲਾਸਿਸ ਲਈਆਂ, ਕਿਉਂਕਿ ਮਾੜਾ ਮੋਟਾ ਤਾਂ ਤੁਹਾਨੂੰ ਸੀਗਾ। ਫਿਰ 10ਵੀਂ ਪਾਸ ਕਰਨ ਤੋਂ ਬਾਅਦ ਫਿਰ ਮੈਨੂੰ ਲੱਗਾ ਵੀ ਮੈਂ ਨਾਈਟ ਸਕੂਲ ਜੁਆਇਨ ਕਰ ਲਿਆ। ਅੱਛਾ ਜੀ। ESL ਵੀ ਲਿਆ ਪਲੱਸ ਨਾਈਟ ਸਕੂਲ ਜੁਆਇਨ ਕਰ ਲਿਆ, ਜੌਬ ਲੱਭਣੀ ਸ਼ੁਰੂ ਕਰ ਲਈ। ਤੇ ਉਸ ਕਿਉਂਕਿ ਆਪਣੀ ਪੋਪੂਲੇਸ਼ਨ ਘੱਟ ਸੀ, ਜਿੱਥੇ ਵੀ ਤੁਸੀਂ ਕੰਮ ਤੇ ਜਾਂਦੇ ਸੀਗੇ ਨਾ ਜੀ, ਤੁਹਾਨੂੰ ਯੈਸ ਨੋ ਮਾੜੀ ਮੋਟੀ ਇੰਗਲਿਸ਼ ਬੋਲਣੀ ਹੀ ਪੈਂਦੀ ਸੀ। ਤੇ ਕਮਿਊਨੀਕੇਟ ਕਰਨ ਦੇ ਲਈ ਤੁਹਾਨੂੰ ਸਿੱਖਣਾ ਹੀ ਪੈਂਦਾ ਸੀ। ਫਿਰ ਟੀਵੀ ਸ਼ੋਅ ਵੀ ਸਾਰੇ ਜਿਹੜੇ ਆਉਂਦੇ ਸੀ, ਅੱਜ ਕੱਲ ਤਾਂ ਹੈ ਨਹੀਂ, ਉਹ ਵੀ ਸਾਰੇ ਇੰਗਲਿਸ਼ ਹੀ ਹੁੰਦੇ ਸੀਗੇ। ਫਿਰ ਬੜੀ ਅਰਲੀ ਮੇਰੇ ਦਿਮਾਗ 'ਚ ਗੱਲ ਆ ਗਈ ਵੀ ਜੇ ਤੁਸੀਂ ਇਸ ਕੰਟਰੀ ਦੇ ਵਿੱਚ ਰਹਿਣਾ ਨਾ ਜੀ, ਜਿਹੜੀ ਭਾਸ਼ਾ ਇਸ ਕੰਟਰੀ ਦੀ ਆ ਨਾ ਜੀ, ਜਿਹੜੀ ਇੰਗਲਿਸ਼ ਆ, ਉਹ ਤੁਹਾਨੂੰ ਵਧੀਆ ਬੋਲਣੀ ਆਉਣੀ ਚਾਹੀਦੀ ਆ। ਔਰ ਐਟਲੀਸਟ ਇੰਨੀ ਆਉਣੀ ਚਾਹੀਦੀ ਆ ਵੀ ਤੁਹਾਨੂੰ ਇਦਾਂ ਨਾ ਲੱਗੇ ਵੀ ਯਾਰ ਇਹ ਬੰਦੇ ਨੂੰ, ਤੁਹਾਨੂੰ ਆਪੂ ਨੂੰ ਵੀ ਸਮਝ ਆਉਣੀ ਚਾਹੀਦੀ ਆ, ਉਹ ਜੋ ਤੁਸੀਂ ਕਹਿ ਰਹੇ ਆ ਉਹ ਵੀ ਲੋਕਾਂ ਨੂੰ ਤੁਹਾਡਾ ਸਮਝ ਆਉਣਾ ਚਾਹੀਦਾ। ਉਹਦੇ ਤੇ ਮੈਂ ਰੀਲੀ ਕਨਸੈਂਟਰੇਟ ਕੀਤਾ। ਫਿਰ ਇੱਥੇ ਔਡ ਜੌਬਸ ਵੀ ਕੀਤੀਆਂ, ਲੇਬਰ ਦੀਆਂ ਜੌਬਸ ਕੀਤੀਆਂ, ਕਲੀਨ ਅਪ ਦੀਆਂ ਜੌਬਸ ਕੀਤੀਆਂ, ਪਰ ਕਰਕੇ ਫਿਰ ਜਿਹੜੇ ਉਸ ਸਮੇਂ ਤੇ 20-25 ਸਾਲ 30 ਸਾਲ ਪਹਿਲਾਂ ਸਾਰੇ ਆਏ ਨੇ, ਉਹ ਤੋਂ ਪਹਿਲਾਂ ਵੀ ਸਭ ਨੇ ਕੀਤੇ ਕੰਮ। ਫਿਰ ਕਿਉਂਕਿ ਸਾਡੇ ਡੈਡੀ ਫੀਲਡ ਦੇ ਵਿੱਚ ਸੀਗੇ, ਮਕੈਨੀਕਲ ਫੀਲਡ ਦੇ ਵਿੱਚ, ਮੈਂ ਲੇਬਰ ਦਾ ਕੰਮ ਕਰਦਾ ਸੀਗਾ। ਇੱਥੇ ਗੈਂਡਲ ਹੋਮਸ ਕੰਪਨੀ ਹੁੰਦੀ ਸੀਗੀ, ਟ੍ਰੇਲਰ ਹੋਮ ਬਣਾਉਂਦੀ ਸੀ, ਉੱਥੇ ਮੈਂ ਇੰਸਟੀਟਿਊਟ ਦਾ ਕੰਮ ਕਰਦਾ ਸੀ। ਪਰ ਉਹਨਾਂ ਦੇ ਦਿਮਾਗ ਸੀਗਾ ਵੀ ਕੋਈ ਜੀ ਟ੍ਰੇਡ ਆ ਜਾਵੇ ਨਾ ਜੀ ਹੱਥ ਦੇ ਵਿੱਚ, ਤੇ ਦੇयर इज ਨਥਿੰਗ ਲਾਈਕ ਇਟ। ਫਿਰ ਮੈਂ ਇੱਥੇ ਜਿੰਨੇ ਲੋਕਲ ਆਪਣੇ ਮਕੈਨਿਕ ਦੀਆਂ ਸ਼ਾਪਾਂ ਸੀਗੀਆਂ, ਉੱਥੇ ਮੈਂ ਜਾ ਕੇ ਅਪਲਾਈ ਕਰੀ ਜਾਣਾ। ਇੱਕ ਤਾਂ ਇੰਗਲਿਸ਼ ਨਹੀਂ ਸੀ ਬੋਲਣੀ ਆਉਂਦੀ, ਉਦਾਂ ਵੀ ਚੈਲੰਜ ਸੀਗਾ। ਪਰ ਮੈਨੂੰ ਫਿਰ ਇੱਕ ਓਪਰਚੁਨਿਟੀ ਮਿਲੀ ਵਾਟਰਲੂ ਮਰਕਰੀ ਦੇ। ਅੱਛਾ ਜੀ। ਉਹਨਾਂ ਨੇ ਮੈਨੂੰ ਐਜ਼ ਅ ਲੋਟ ਬॉय ਹਾਇਰ ਕਰ ਲਿਆ ਵੀ ਬਾਹਰ ਤੁਸੀਂ ਕਾਰਾਂ ਦੀ ਸਫਾਈ ਕਰਨੀ ਆ। ਕਰਦੇ ਕਾਰਾਂ ਦੇ ਮੈਂ ਕਿਹਾ ਵੀ ਇਟਸ ਅ ਸਟੈਪ ਇਨ ਦ ਡੋਰ। ਮੇਰੇ ਦਿਮਾਗ 'ਚ ਇਹ ਸੀਗਾ ਵੀ ਸਮਹਾਉ ਕਿਸੇ ਪਾਸੇ ਇੱਕ ਬਣਨਾ ਹੀ ਬਣਨਾ ਹੁੰਦਾ। ਫਿਰ ਉਹਨਾਂ ਨੇ ਕਰਦੇ ਮੈਨੂੰ ਸ਼ਾਪ ਦੇ ਵਿੱਚ ਇੱਕ ਓਪਰਚੁਨਿਟੀ ਮਿਲ ਗਈ ਕਾਰਾਂ ਦੇ ਆਇਲ ਚੇਂਜ ਕਰਨੇ ਜੀ। 4-5 ਮਹੀਨੇ ਸਿਰਫ ਔਰ ਸਿਰਫ ਮੈਂ ਆਇਲ ਚੇਂਜ ਹੀ ਕੀਤੇ ਕਾਰਾਂ ਦੇ, ਸਫਾਈ ਕਾਰਾਂ ਦੀ ਔਰ ਆਇਲ ਚੇਂਜ। ਫਿਰ ਮੈਂ ਅਪ੍ਰੈਂਟਿਸਸ਼ਿਪ ਸਟਾਰਟ ਕਰ ਲਈ ਤੇ ਉਸ ਤੋਂ ਬਾਅਦ ਮੈਂ ਨਾਲ ਪੜ੍ਹੀ ਵੀ ਗਿਆ ਔਰ ਆਪਣੀ ਐਕੈਡੈਮਿਕਸ ਵੀ ਪਲੱਸ ਆਪਣੀ ਅਪ੍ਰੈਂਟਿਸਸ਼ਿਪ ਸਟਾਰਟ ਕਰ ਲਈ। ਤੇ 1983 'ਚ ਮੈਂ ਅੱਜ ਤਾਂ ਅਸੀਂ AST ਕਹਿੰਦੇ ਆ, ਉਸ ਟਾਈਮ ਤੇ ਆਟੋ ਮਕੈਨਿਕ ਦਾ ਮੇਰੇ ਕੋਲ ਜਰਨੀਮੈਨ ਸੀਗਾ 1983 ਦੇ ਵਿੱਚ ਮੈਂ। ਤੇ ਉਸ ਤੋਂ ਬਾਅਦ ਕਰਦੇ ਫਿਰ ਉੱਥੇ ਅਸੀਂ ਨਾ ਜੀ ਈਵਨਿੰਗਸ ਨੂੰ ਕਲਾਸਿਸ ਰਨ ਕਰਦੇ ਹੁੰਦੇ ਸੀ ਟੂ ਟ੍ਰੇਨ, ਜਿੱਦਾਂ ਲੇਡੀਜ਼ ਨਾਈਟ ਕਹਿੰਦੇ ਹੁੰਦੇ ਸੀਗੇ। ਦੇ ਸ਼ੁਡ ਹੈਵ ਬੇਸਿਕ ਵੀ ਕਾਰਾਂ ਦੇ ਆਇਲ ਚੈੱਕ ਕਿੱਦਾਂ ਕਰਨਾ, ਟਾਇਰ ਪ੍ਰੈਸ਼ਰ ਚੈੱਕ ਕਿੱਦਾਂ ਕਰਨਾ। ਮੈਨੂੰ ਉਹਦੇ 'ਚ ਸ਼ੌਕ ਜਿਹਾ ਪਿਆ। ਮੈਂ ਕਿਹਾ ਦਿਸ ਇਜ਼ ਕਾਈਂਡ ਆਫ ਨੀਟ ਬਈ ਪਲੱਸ ਇੱਕ ਹੋਰ ਦਿਮਾਗ 'ਚ ਹੁੰਦਾ ਸੀ ਵੀ ਇੱਕ ਸਟੈਡੀ ਉਦੋਂ ਪਲੱਸ ਰਿਸੈਸ਼ਨ ਜਿਹਾ ਸਟਾਰਟ ਹੋਇਆ ਸੀਗਾ। ਇਹ ਦਿਮਾਗ ਸੀਗਾ ਵੀ ਇੱਕ ਸਾਲੀ ਗਵਰਨਮੈਂਟ ਦੀ ਜੌਬ ਹੋਵੇ ਜਿਹਦੇ ਨਾਲ ਤੁਸੀਂ ਨਾ ਜੀ ਆਪਣਾ ਪੀਸ ਆਫ ਮਾਈਂਡ ਹੋਵੇ, ਡਿਫਰੈਂਟ ਫੀਲਡ ਹੋਵੇ ਵੀ ਸਾਰੀ ਉਮਰ ਮੇਬੀ ਸਟੇਬਿਲਿਟੀ ਹੋਵੇ ਰਾਈਟ ਤੁਹਾਡੀ ਲਾਈਫ ਦੇ ਲਈ। ਫਿਰ ਮੈਂ ਆਪਣੇ ਨਾ ਜੀ ਐਕੈਡੈਮਿਕ ਅਪਗ੍ਰੇਡਿੰਗ ਸ਼ੁਰੂ ਕਰ ਦਿੱਤੀ 85 ਦੇ ਵਿੱਚ। ਪੱਲੇ ਨਾਲ ਉਸ ਟਾਈਮ ਤੇ ਮੇਰਾ ਵਿਆਹ ਵੀ ਹੋ ਗਿਆ ਸੀ, ਸਾਡੇ ਬੱਚੇ ਵੀ 2 ਸੀਗੇ। ਪਰ ਦਿਮਾਗ 'ਚ ਆਇਆ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ। ਕਰਦੇ ਪੜ੍ਹ ਲਿਆ, ਅਪਗ੍ਰੇਡਿੰਗ ਕਰ ਲਈ। ਅਪਗ੍ਰੇਡਿੰਗ ਕਰਕੇ ਮੈਂ ਕੰਕੋਡੀਆ ਕਾਲਜ 'ਚ ਐਡਮਿਸ਼ਨ ਲੈ ਲਈ। ਪਲੱਸ 2 ਬੱਚੇ ਕੰਕੋਡੀਆ ਕਾਲਜ 'ਚ ਮੈਂ ਫੁੱਲ ਟਾਈਮ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਪਲੱਸ ਪਾਰਟ ਟਾਈਮ ਆਲਮੋਸਟ ਫੁੱਲ ਟਾਈਮ 35-40 ਘੰਟੇ ਈਵਨਿੰਗਸ ਵੀਕਐਂਡਸ ਤੇ ਕੰਮ ਵੀ ਕਰਨਾ। ਸੋ ਫੁੱਲ ਟਾਈਮ ਪੜ੍ਹਨਾ ਤੇ ਨਾਲੇ ਆਲਮੋਸਟ ਫੁੱਲ ਟਾਈਮ ਕੰਮ ਕਰਨਾ। ਨਹੀਂ, ਫੁੱਲ ਟਾਈਮ ਪੜ੍ਹਨਾ ਔਰ ਆਲਮੋਸਟ ਫੁੱਲ ਟਾਈਮ ਕੰਮ ਕਰਨਾ। ਔਰ ਫਿਰ ਕੰਕੋਡੀਆ ਤੋਂ ਮੈਂ ਯੂਨੀਵਰਸਿਟੀ ਚਲ ਗਿਆ। ਉੱਥੋਂ 1 ਸਾਲ ਤੋਂ ਬਾਅਦ ਉੱਥੇ ਯੂਨੀਵਰਸਿਟੀ UFA ਟ੍ਰਾਂਸਫਰ ਕਰ ਲਿਆ। ਤਾਂ ਫਿਰ ਆਪਣੇ ਉੱਥੋਂ ਮੈਂ ਡਿਗਰੀ ਕੀਤੀ ਜੀ। ਤਾਂ 1989 ਦੇ ਵਿੱਚ ਮੈਂ ਆਪਣੀ B.Ed ਕੀਤੀ ਉੱਥੋਂ ਔਰ ਆਲਮੋਸਟ ਇੰਸਟੈਂਟਲੀ 89 ਦੇ ਵਿੱਚ ਹੀ ਮੈਨੂੰ ਟੀਚਿੰਗ ਦੀ ਪਹਿਲੀ ਜੌਬ ਮਿਲ ਗਈ ਸੀ। ਅੱਛਾ ਜੀ। ਸੋ ਟੀਚਿੰਗ ਤੁਸੀਂ ਆਈ ਨੋ ਦੈਟ ਤੁਸੀਂ ਇੱਥੇ ਹਾਈ ਸਕੂਲ ਵੀ ਕਾਫੀ ਦੇਰ ਤੁਸੀਂ ਪੜ੍ਹਾਉਂਦੇ ਰਹੇ ਹੋ
ਤੇ ਟੀਚਿੰਗ ਫਿਰ ਕਿਵੇਂ ਅੱਗੇ ਤੋਂ ਅੱਗੇ ਉਹਦੇ ਵਿੱਚ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਾਂਗੀ ਸਵਾਲ, ਕਿਉਂਕਿ ਉਸ ਸਮੇਂ ਤੇ ਆਪਣਾ ਤਾਂ ਕੋਈ ਹੁੰਦਾ ਸੀ ਹੈ ਨਾ, 1976 ਤੋਂ ਲੈ ਕੇ 83 85 ਐਂਡ ਔਨਵਰਡਸ, ਤੇ ਇਹਦੇ ਵਿੱਚ ਜਿਵੇਂ ਅਕਸਰ ਹੁਣ ਗੱਲ ਹੁੰਦੀ ਹੈ ਡਿਸਕ੍ਰਿਮੀਨੇਸ਼ਨ ਦੀ ਗੱਲ ਹੁੰਦੀ ਹੈ ਦੁਨੀਆ 'ਚ, ਹੁਣ ਵੀ ਬਹੁਤ ਉਸ ਦੀ ਗੱਲ ਹੈ। ਉਦੋਂ ਤਾਂ ਮੇਰੇ ਖਿਆਲ ਕੋਈ ਗੱਲ ਕਰਨਾ ਵੀ ਨਹੀਂ ਸੀ ਅਲਾਉਡ ਇਸ ਤਰ੍ਹਾਂ ਦਾ ਸੀ ਦੁਨੀਆ 'ਚ ਮਾਹੌਲ, ਭਾਰਤ 'ਚ ਵੀ ਉਹੋ ਜਿਹਾ ਸੀ, ਡਿਸਕ੍ਰਿਮੀਨੇਸ਼ਨ ਉੱਥੇ ਬਥੇਰਾ ਚੱਲਦਾ ਸੀ, ਇੱਥੇ ਵੀ। ਸੋ ਕੋਈ ਇਹੋ ਜਿਹਾ ਤੁਸੀਂ ਫੇਸ ਕੀਤਾ ਸਕੂਲਾਂ ਦੇ ਵਿੱਚ ਜਾਂ ਜੌਬ ਤੇ ਜਾਂ ਕਿਤੇ ਵੀ? ਮੈਂ ਓਨੈਸਟਲੀ ਤੁਹਾਨੂੰ ਦੱਸਾਂ ਜੀ, ਕਦੀ ਮੈਨੂੰ ਕਿਸੇ ਨੇ ਇਦਾਂ ਗਲਤ ਮਲਤ ਲਫ਼ਜ਼ ਕਦੀ ਵੀ ਨਹੀਂ ਬੋਲੇ। ਅੱਛਾ ਜੀ। ਕਦੀ ਵੀ ਨਹੀਂ ਬੋਲੇ ਜੀ। ਈਵਨ ਜਿੱਥੇ ਮੈਂ ਕੰਮ ਕਰਦਾ ਸੀ ਵਾਟਰਲੂ ਦੇ, ਜੀ, ਮੈਂ ਇਕੱਲਾ ਹੀ ਇੱਕ ਇੰਡੀਅਨ ਸੀਗਾ, ਬਾਕੀ ਸਾਰੇ, ਇੱਕ ਮੇਰਾ ਖਿਆਲ ਫਿਲੀਪੀਨੋ ਸੀਗਾ, ਬਾਕੀ ਸਾਰੇ ਗੋਰੇ ਸੀਗੇ। ਅੱਛਾ ਜੀ। ਨਾਟ ਈਵਨ ਅ ਸਿੰਗਲ ਪਰਸਨ ਵੀ ਕਦੀ ਕਿਸੇ ਨੇ ਰੇਸ਼ਲ ਰਿਮਾਰਕ ਦਿੱਤਾ ਹੋਵੇ। ਜੀ। ਕੰਮ ਅਸੀਂ ਬਥੇਰਾ ਕਰਦੇ ਸੀ, ਹਾਂਜੀ, ਇੱਕ ਸਕਿੰਟ ਲਈ ਬਹਿਣਾ ਨਹੀਂ, ਪਰ ਕਿਸੇ ਨੇ ਕਦੀ ਵੀ ਕੋਈ ਰੇਸ਼ਲ ਰਿਮਾਰਕਸ ਨਹੀਂ ਦਿੱਤਾ। That's a really good point. Not even a single one, ਕਿਉਂਕਿ ਅਸੀਂ ਪੂਰੀ ਮਿਹਨਤ ਕਰਦੇ ਆ, ਕਿਸੇ ਨੇ ਕੁਝ ਨਹੀਂ ਕਿਹਾ ਜੀ। ਈਵਨ ਜਦੋਂ ਮੈਂ ਪੜਾਉਣਾ ਸਟਾਰਟ ਕੀਤਾ, ਮੇਰੀ ਪਹਿਲੀ ਜੌਬ ਸੀਗੀ ਪਿੰਚਰ ਕ੍ਰੀਕ। ਅੱਛਾ ਜੀ। That's about, as rural as it gets, and border ਦੇ ਉੱਤੇ ਆ ਆਪਣੇ, ਅਗਰ ਤੁਸੀਂ ਜਾਣਦੇ ਆ ਸਾਊਥ। I don't know where it is, ਪਰ ਹਾਂਜੀ ਦੱਸ ਕਿੱਥੇ ਕੁ ਪੈਂਦਾ? ਸਦਰਨ ਅਲਬਰਟਾ ਦੇ ਜਦੋਂ ਜਾਣਦੇ ਆ ਜੀ, ਐਨ ਅੱਗੇ ਲੰਘ ਕੇ ਪਿੰਚਰ ਕ੍ਰੀਕ ਜਿਹੜਾ ਹੈਗਾ ਨਾ, ਵਾਟਰਟਨ ਲੇਕਸ ਤੋਂ ਉਸੇ ਏਰੀਆ ਦੇ ਵਿੱਚ ਹੈਗਾ। ਅੱਛਾ ਜੀ। ਤੇ ਉੱਥੋਂ ਫਿਰ 1 ਸਾਲ ਉੱਥੇ ਪੜਾਇਆ ਮੈਂ। ਨੈਕਸਟ ਈਅਰ 4 ਸਾਲ ਮੈਂ ਵਾਈਟ ਕੋਟ ਪੜਾਇਆ। ਅੱਛਾ ਜੀ। ਹਾਂ, ਔਰ ਵਾਈਟ ਕੋਟ ਵੀ ਇਹ ਤੋਂ ਜ਼ਿਆਦਾ ਰੂਰਲ ਨਹੀਂ ਹੋ ਸਕਦਾ। ਵਾਈਟ ਕੋਟ 'ਚ 3 ਆਪਣੀਆਂ ਸਿਰਫ ਫੈਮਲੀਆਂ ਹੁੰਦੀਆਂ ਸੀਗੀਆਂ। ਔਰ ਜਦੋਂ ਮੈਂ ਵਾਈਟ ਕੋਟ ਸੀਗਾ ਉਸ ਦਾ ਟਾਈਮ, ਤਾਂ ਆਪਾਂ ਹੁਣ ਮਿਹਨਤ ਦੀ ਗੱਲ ਕਰਦੇ ਹਾਂ, ਐਟ ਦਾ ਟਾਈਮ ਮੈਂ ਫਿਰ ਮਾਸਟਰਸ ਕਰ ਰਿਹਾ ਸੀਗਾ। ਜੀ ਜੀ ਜੀ। ਵਾਈਟ ਕੋਟ ਤੋਂ ਇੱਕ ਦਿਨ ਵੀਕ ਦੇ ਵਿੱਚ UFA ਅਸੀਂ ਆਉਂਦੇ ਸੀ, ਐਡਮਿਸ਼ਨ ਆਉਣਾ ਮੈਂ। ਅੱਛਾ ਜੀ। ਔਰ ਨਾਈਟ ਕਲਾਸ ਲੈਣੀ ਮਾਸਟਰਸ ਦੇ ਲਈ। ਫਿਰ ਰਾਤ ਜਾ ਕੇ ਦੂਜੇ ਦਿਨ ਓਬਵੀਅਸਲੀ ਵੈਨਸਡੇ ਨੂੰ ਹੁੰਦੀ ਸੀ ਕਲਾਸ, ਫਿਰ ਪੜਾਉਣਾ ਵੀਕਐਂਡ ਤੇ। ਫਿਰ ਐਡਮਿੰਟਨ ਕੋਲ ਸਾਡਾ ਘਰ ਇੱਥੇ ਸੀਗਾ। ਫਿਰ ਮਿਹਨਤ ਕੀਤੀ। ਪਰਿਵਾਰ ਕਿਵੇਂ ਸੀ? ਇੱਥੇ ਬੈਕ ਸੀ ਕਿ ਪਰਿਵਾਰ ਵੀ ਤੁਹਾਡੇ ਵਾਈਫ ਬੱਚੇ ਉਹਨਾਂ ਨੂੰ ਨਾਲ ਤੁਸੀਂ ਉੱਥੇ ਲੈ ਕੇ ਜਾਂਦੇ ਸੀ? ਉੱਥੇ ਹਾਂਜੀ, ਉਹ ਹਮੇਸ਼ਾ ਨਾਲ ਰਹੇ ਜੀ। ਪਿੰਚਰ ਕ੍ਰੀਕ ਵੀ ਅਸੀਂ ਨਾਲ ਹੀ ਸੀਗੇ। ਵਾਈਟ ਕੋਟ 4 ਸਾਲ ਰਹੇ ਆ, ਉਹ ਵੀ ਨਾਲ ਹੀ ਸੀ। ਫਿਰ 1 ਸਾਲ ਮੈਂ ਰੈਡੀਅਰ ਪੜਾਇਆ। ਅੱਛਾ ਜੀ। ਤੇ ਉਹ ਸਭ ਪਰਿਵਾਰ ਨਾਲ। ਫਿਰ 1 ਸਾਲ ਕੈਲਗਰੀ ਪੜਾਇਆ। ਅੱਛਾ ਜੀ। ਫਿਰ ਫਾਈਨਲੀ, ਕਿਉਂਕਿ ਇੱਕ ਦਿਲ ਦੇ ਵਿੱਚ ਹਮੇਸ਼ਾ ਹੀ ਖਾਹਸ਼ ਸੀਗੀ ਜੀ ਵੀ ਐਡਮਿੰਟਨ ਇਜ਼ ਹੋਮ। ਵੀ ਜੋ ਮਰਜੀ ਆ। ਵਾਟਸ ਦ ਰੀਜ਼ਨ? ਕਿ ਤੁਸੀਂ ਇੱਥੇ ਸਭ ਤੋਂ ਪਹਿਲਾਂ ਲੈਂਡ ਕੀਤੇ, ਇਹ ਰੀਜ਼ਨ ਸੀ ਜਾਂ ਕੀ ਰੀਜ਼ਨ? ਦੇਖੋ, ਇੱਕ ਤਾਂ ਸਾਡੀ ਸਾਰੀ ਫੈਮਿਲੀ ਇੱਥੇ ਸੀ। ਹਾਂਜੀ। ਜਿੰਨੇ ਸਾਡੇ, ਹੁਣ ਤੁਸੀਂ ਕਿਤੇ ਜਾਣੇ ਕੈਲਗਰੀ ਰਹਿੰਦੇ ਆ, ਕੋਈ ਜਾਣ ਨਹੀਂ, ਕੋਈ ਪਛਾਣ ਨਹੀਂ। ਇੱਥੇ ਜਿੰਨੇ ਸਾਡੇ ਨਾਲ 70s ਦੇ ਆਏ ਹੋ ਆ, ਸਾਡੀ ਉਮਰ ਦੇ ਹੀ ਆ, ਉਹ ਸਾਨੂੰ ਸਾਰੇ ਜਾਣਦੇ ਆ, ਪਰਿਵਾਰ ਸਾਰੇ ਜਾਣਦੇ ਆ। ਤੇ ਉਹ ਕਿਤੇ ਫੀਲਿੰਗ ਹੀ ਨਹੀਂ ਆਈ ਐਡਮਿੰਟਨ ਵਾਲੀ। ਵੀ ਦਿਮਾਗ 'ਚ ਸੀਗਾ ਵੀ ਮੈਂ ਐਕਚੁਅਲੀ ਜਦੋਂ ਮੈਂ ਕੈਲਗਰੀ ਤੋਂ ਮੂਵ ਹੋ ਕੇ ਐਡਮਿੰਟਨ ਆਇਆ, ਮੈਂ ਤਾਂ ਈਵਨ ਪੇ ਕੱਟ ਲੈ ਲਈ। ਮੈਨੂੰ ਐਡਮਿੰਟਨ ਪਬਲਿਕ ਨੇ ਜੌਬ ਆਫਰ ਕੀਤੀ, which was probably at that time ਮੈਨੂੰ ਲੱਗਦਾ $4-5 ਹਜ਼ਾਰ ਮੈਨੂੰ ਘੱਟ ਪੇ ਕਰਤੇ ਸੀ ਐਡਮਿੰਟਨ ਵਾਲੇ। ਮੈਂ ਕਿਹਾ ਡਸ ਮੈਟਰ, ਵੀ ਘੱਟ ਹੋ ਜਾਣਾ, ਵੀ ਵਾਪਸ ਘਰ ਜਾਣਾ। ਸੋ ਵੀ ਕੇਮ ਬੈਕ। ਫਿਰ ਸਾਰਾ ਟਾਈਮ ਇੱਥੇ ਪੜਾਇਆ ਜੀ। ਲਾਈਵ 80 AM ਤੋਂ ਪ੍ਰੋਗਰਾਮ ਪ੍ਰਵਾਸ ਦੇ ਵਿੱਚ ਤੁਸੀਂ ਸ਼ਾਮਿਲ ਹੋ ਤੇ ਗੱਲਬਾਤ ਅੱਜ ਮੈਂ ਕਰ ਰਹੀ ਹਾਂ ਨਰੇਸ਼ ਭਾਰਦਵਾਜ। ਉਹਨਾਂ ਦੇ ਨਾਂ ਤੋਂ ਤੁਸੀਂ ਸਾਰੇ ਵਾਕਿਫ ਹੋ। ਤੁਹਾਨੂੰ ਵੈਸੇ ਉਹਨਾਂ ਬਾਰੇ ਜ਼ਿਆਦਾ ਪਤਾ ਹੈ, ਉਹਨਾਂ ਦੇ ਪੋਲੀਟੀਕਲ ਕੈਰੀਅਰ, ਜੋ ਇੱਥੋਂ ਦੇ MLA ਤੇ ਉਹਨਾਂ ਦੀਆਂ ਜੋ ਵੀ ਉੱਥੇ ਉਹਨਾਂ ਨੇ ਕੰਮ ਕੀਤੇ ਨੇ ਅਲਬਰਟਾ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਜਿਹੜੇ ਹੁਣ ਅਸੀਂ ਜਾਂ ਹੋਰ ਦੇਰ ਦੇ ਇੱਥੇ ਨੇ, ਵੀ ਨੋ ਹਿਮ ਡਿਫਰੈਂਟਲੀ, ਵੀ ਨੋ ਹਿਮ ਐਜ਼ ਅ ਟੀਚਰ, ਮਾਸਟਰ ਜੀ, ਪੜਾਉਂਦੇ ਰਹੇ ਬੱਚਿਆਂ ਨੂੰ ਜੀ। ਥੈਂਕ ਯੂ, ਸਵਾਗਤ ਹੈ ਵਾਪਸ ਪ੍ਰੋਗਰਾਮ 'ਚ। ਥੈਂਕ ਯੂ ਜੀ। ਸੋ ਪਰਿਵਾਰ ਦਾ, ਜਿਵੇਂ ਤੁਹਾਡੇ ਮੈਸੇਜ ਉਹ ਫਿਰ ਇੱਥੇ ਆਏ, ਤੁਸੀਂ ਬੱਚਿਆਂ ਨੂੰ ਲੈ ਕੇ ਨਾਲ ਦੀ ਨਾਲ ਆਪਣਾ ਪੜ੍ਹਦੇ ਵੀ ਰਹੇ, ਪੜਾਉਂਦੇ ਵੀ ਰਹੇ, ਤੇ ਉਸ ਤੋਂ ਬਾਅਦ ਐਡਮਿੰਟਨ ਦੇ ਵੀ ਤੁਸੀਂ ਡਿਸਾਈਡ ਕੀਤਾ ਕਿ ਨਹੀਂ, ਭਾਵੇਂ ਪੇ ਕੱਟ ਲੈਣੀ ਪਵੇ, ਰਹਿਣਾ ਆਪਣੇ ਘਰ ਹੈ ਉੱਥੇ ਜਾ ਕੇ। ਇੱਥੇ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਇੱਥੇ ਤੁਹਾਡੇ? ਇੱਥੇ ਸਾਡਾ ਸਾਰਾ ਪਰਿਵਾਰ ਹੀ ਇੱਥੇ ਜੀ। ਮੇਰੇ ਮੰਮੀ ਡੈਡੀ ਵੀ ਇੱਥੇ ਹੀ ਆ। ਹਾਂਜੀ। ਤੇ 2 ਬ੍ਰਦਰ ਆ, ਇੱਕ ਸਿਸਟਰ ਆ ਜੀ। ਤੇ ਇਹੀ ਸਾਡਾ ਐਡਮਿੰਟਨ ਦੇ ਵਿੱਚ ਇਮੀਡੀਏਟ ਪਰਿਵਾਰ ਦਾ ਇਹੀ ਆ ਜੀ। ਹੁਣ ਅੱਗੇ ਉਹਨਾਂ ਦੇ ਗਾਹਾਂ ਸਾਰਿਆਂ ਦੇ ਬੱਚੇ ਆ, ਰਿਸ਼ਤੇਦਾਰੀਆਂ ਵੱਧ ਗਈਆਂ ਆਪਣੀਆਂ। ਸਾਡੇ 3 ਬੱਚੇ, ਸਾਡੇ 3 ਮੈਰਿਡ ਆ। ਸਾਡੇ ਬ੍ਰਦਰ ਦੇ 2 ਲੜਕੀਆਂ, ਇੱਕ ਉਹਨਾਂ ਚੋਂ ਮੈਰਿਡ ਆ, ਇੱਕ ਅਨਮੈਰਿਡ ਆ। ਜਿਹੜਾ ਛੋਟਾ ਹੈਗਾ ਬ੍ਰਦਰ ਸਾਡਾ, ਉਹ ਯੰਗ ਆ। ਸੇਮ ਥਿੰਗ, ਸਿਸਟਰ ਸਾਡੀ ਇੱਕ ਕੁੜੀ ਮੈਰਿਡ ਆ, ਉਹਦੀ ਇੱਕ ਮੁੰਡਾ ਹਲੇ ਅਨਮੈਰਿਡ ਆ। ਅੱਛਾ ਜੀ। ਸੋ ਇਟਸ ਅ ਫੇਅਰਲੀ ਲਾਰਜ ਫੈਮਿਲੀ। ਅਸੀਂ ਗਿਣੀਏ ਤਾਂ ਸਾਡੇ 30-40 ਬੰਦੇ ਘਰ ਦੇ ਹੋ ਜਾਂਦੇ ਅਸੀਂ। ਕੀ ਬਾਤ ਹੈ ਜੀ। ਸੋ ਜੋ ਤੁਸੀਂ ਹਾਈ ਸਕੂਲ ਇੱਥੇ ਪੜਾਉਂਦੇ ਸੀ, ਹਾਈ ਸਕੂਲ ਪੜਾਉਂਦੇ, ਫਿਰ ਐਜੂਕੇਸ਼ਨ ਤੋਂ ਬਾਅਦ ਕਿਵੇਂ ਤੁਹਾਡਾ ਮਨ ਬਣਿਆ ਜਾਂ ਸਬਬ ਬਣਿਆ ਕਿ ਇਹ ਆਪਣੀ ਜੋ ਕਿਸਮਤ ਹੈ ਉਸਨੂੰ ਪੋਲੀਟੀਕਲੀ ਵੀ ਉਸ ਦੇ ਵਿੱਚ ਅਜ਼ਮਾਈ ਜਾਵੇ? ਕਿਵੇਂ ਇਹ ਸਬਬ ਬਣਿਆ ਸਾਰਾ?
ਕਈ ਵਾਰੀ ਕਹਿੰਦਾ ਰਾਜ ਐਟ ਦਾ ਟਾਈਮ ਨਾ ਜੀ ਮੈਂ ਕਾਫੀ ਇਨਵੋਲਵ ਸੀਗਾ ਆਪਣੇ ਪਹਿਲਾਂ ਸੌਕਰ ਦੇ ਨਾਲ ਇਨਵੋਲਵ ਰਹੇ ਆ ਕੋਚ ਕਰਦੇ ਰਹੇ ਆ ਸਕੂਲ ਦੀਆਂ ਟੀਮਾਂ ਕਲੱਬ ਟੀਮਾਂ ਕੋਚ ਕੀਤੀਆਂ ਕਦੀ ਵੀ ਫਿਰ ਮੈਂ ਹੌਲੀ ਹੌਲੀ ਕਈ ਵਾਰੀ ਨਾ ਜੀ ਕਈ ਕੁਦਰਤ ਤੁਹਾਡੇ ਲਈ ਨਾ ਜੀ ਰਾਹ ਖੋਲਣੀ ਸ਼ੁਰੂ ਕਰ ਦਿੰਦੀ ਆ ਕੀ ਬਾਤ ਹੈ ਜੀ ਕਿਉਂਕਿ ਅਸੀਂ ਤਾਂ ਯੂ نو ਪਿੰਡਾਂ ਤੋਂ ਆਉਣ ਵਾਲੇ ਬੰਦੇ ਜਿਹੜੇ ਸੀਗੇ ਤਾਂ ਮੈਜੋਰਟੀ ਸਾਡਾ ਟਾਈਮ ਅਸੀਂ ਗੁਰਦੁਆਰੇ ਵੀ ਜਾਂਦੇ ਸੀਗੇ ਹਾਂਜੀ ਤਾਂ ਕੋਈ ਇੱਕ ਓਪਰਚੁਨਿਟੀ ਆਈ ਇਦਾਂ ਹੀ ਕਿਸੇ ਨੇ ਕਿਹਾ ਵੀ ਆਓ ਯਾਰ ਤੁਹਾਨੂੰ ਇੱਥੇ ਮੰਦਰ ਲੈ ਕੇ ਚੱਲਦੇ ਆ ਕਰਦੇ ਕਰਦੇ ਉੱਥੇ ਚਲ ਗਏ ਜੀ ਫਿਰ ਉੱਥੇ ਇਨਵੋਲਵ ਹੋ ਗਏ ਇਨਵੋਲਵ ਕਰਦੇ ਕਰਦੇ ਫਿਰ ਜਦੋਂ ਵੀ ਤੁਸੀਂ ਕੋਈ ਕੰਮ ਕਰਾਉਣਾ ਜਾਂ ਕੋਈ ਗ੍ਰਾਂਟ ਲੈਣੀ ਆ ਤੁਹਾਨੂੰ ਹਮੇਸ਼ਾ ਹੀ ਇੱਕ ਪੋਲੀਟੀਸ਼ੀਅਨ ਕੋ ਜਾਣਾ ਪੈਂਦਾ ਹਾਂਜੀ ਯੂ نو ਤੁਸੀਂ ਕਮਿਊਨਿਟੀ ਫੈਸਿਲਿਟੀ ਐਨਹਾਂਸਮੈਂਟ ਦੀ ਗ੍ਰਾਂਟ ਹੋਵੇ ਜਾਂ ਸੀਫੈਪ ਜਾਂ ਇਦਾਂ ਦੀ ਕੋਈ ਵੀ ਹੋਵੇ ਤੁਹਾਨੂੰ ਕਿਸੇ ਨੂੰ ਕਹਿਣਾ ਹੀ ਪੈਂਦਾ ਸੀਗਾ ਫਿਰ ਆਪਣੇ ਦਿਮਾਗ 'ਚ ਆਇਆ ਬਈ ਸਾਡੇ ਕੋਲ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਹੈ ਨਹੀਂ ਜੋ ਅਸੀਂ ਯੂ نو ਇੱਥੋਂ ਮੰਗਦੇ ਫਿਰ ਮੈਂ ਇੰਡੀਆ ਕੌਂਸਲ 'ਚ ਵੀ ਇਨਵੋਲਵ ਰਿਹਾ ਜਿੱਥੇ ਯੂ نو ਸਾਡਾ ਸੀਗਾ ਵੀ ਜਿਹੜੀ ਆਪਣੀ ਕਮਿਊਨਿਟੀ ਨੂੰ ਇੱਥੇ ਇੱਕ ਫੈਸਿਲਿਟੀ ਮਿਲਣੀ ਚਾਹੀਦੀ ਆ ਹਰ ਜਿਹਨੇ ਇੰਡੀਆ ਨੂੰ ਜਾਣਾ ਉਹਨੂੰ ਵੀਜ਼ੇ ਦੀ ਲੋੜ ਆ ਜਿਹਨੇ ਇੰਡੀਆ ਤੋਂ ਜਿਹੜੇ ਪੈਨਸ਼ਨ ਮਿਲਦੀ ਆ ਉਹਨਾਂ ਨੂੰ ਲਾਈਫ ਸਰਟੀਫਿਕੇਟ ਦੀ ਲੋੜ ਆ ਉਦੋਂ ਅਸੀਂ ਜ਼ੋਰ ਲਾ ਕੇ ਕੌਂਸਲੇਟ ਨੂੰ ਐਡਮਿੰਟਨ 'ਚ ਸੱਦਣਾ ਸ਼ੁਰੂ ਕਰ ਦਿੱਤਾ ਪਹਿਲਾਂ ਬਹੁਤ ਮੁਸ਼ਕਿਲ ਸੀ ਹਾਂ ਉਹ ਇੱਥੇ ਨਹੀਂ ਅਸੀਂ ਤਾਂ ਇੱਕ ਟਾਈਮ ਤੇ 3 ਵਾਰੀ ਸਾਲ ਦਾ ਸੱਦਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੂੰ ਇੱਥੇ ਸਾਡੇ ਘਰ ਆ ਕੇ ਉਹ ਵੀਜ਼ੇ ਲਾ ਕੇ ਜਾਂਦੇ ਹੁੰਦੇ ਸੀਗੇ ਅੱਛਾ ਜੀ ਹਾਂ ਸੋ ਪਰ ਕਹਿਣ ਦਾ ਮਤਲਬ ਹੈ ਵੀ ਉਹ ਇੱਕ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਗਈ ਕਮਿਊਨਿਟੀ ਦੇ ਨਾਲ ਇੰਟਰੈਕਸ਼ਨ ਵਧਣਾ ਸ਼ੁਰੂ ਹੋ ਗਿਆ ਜਾਣ ਪਛਾਣ ਤਾਂ ਸੀਗੀ ਕਿਉਂਕਿ ਮੈਂ ਪਰਸੀ ਪੇਜ 'ਚ ਬਹੁਤ ਸਾਲ ਪੜਾਇਆ ਪਲੱਸ ਕਮਿਊਨਿਟੀ ਦੇ ਨਾਲ ਹਮੇਸ਼ਾ ਹੀ ਅਸੀਂ ਜੁੜੇ ਰਹੇ ਹਾਂ and you grow with the community too I grew with the community ਠੀਕ ਹੈ ਜਿਹੜੇ ਕਈ ਨਵੇਂ ਬੰਦੇ ਨਹੀਂ ਵੀ ਜਾਣ ਪਛਾਣ ਸੀਗੀ ਪਰ ਪੁਰਾਣੇ ਜਿਹੜੇ ਕੋਰ ਸੀਗੇ ਨਾ ਜੀ ਤਕਰੀਬਨ ਸਾਰਿਆਂ ਨੂੰ ਅਸੀਂ ਇੱਕ ਦੂਜੇ ਦੇ ਨਾਲ ਜਾਣ ਪਛਾਣ ਵੀ ਸੀਗੀ ਔਰ ਪਰਿਵਾਰਿਕ ਰਿਲੇਸ਼ਨਸ਼ਿਪ ਸੀਗਾ ਜੋ ਅੱਜ ਦੇ ਮੈਂ ਦੇਖਦਾ ਨਾ ਜੀ ਰਿਲੇਸ਼ਨਸ਼ਿਪ ਜਿਹੜੇ ਆਈ ਚਲਾਈ ਆ ਜਿਹੜੇ ਪੁਰਾਣੇ ਰਿਲੇਸ਼ਨਸ਼ਿਪ ਬਣੇ ਹੋਆ ਨਾ ਜੀ ਸਾਡੇ ਪਰਿਵਾਰਾਂ ਦੇ ਦੇਖੋ ਸਭ ਹੁਣ 45 ਸਾਲ ਤੇ ਸਾਨੂੰ ਇੱਥੇ ਰਹਿੰਦਿਆਂ ਨੂੰ ਹੋ ਗਏ ਉਹ ਇੰਡੀਆ ਦੇ ਹੀ ਰਿਲੇਸ਼ਨਸ਼ਿਪ ਚੱਲਦੇ ਹੁਣ ਜਦੋਂ ਹੁਣ ਤੁਹਾਡੇ ਆਪਣੇ ਹੀ ਆ ਤੁਹਾਡੇ ਫਾਦਰ ਦੇ ਨਾਨਕੇ ਸਾਡੇ ਪਿੰਡ ਆ ਰਿਸ਼ਤੇਦਾਰੀ ਆ ਤੁਸੀਂ ਉਹਨਾਂ ਨੂੰ ਵੀ ਕਦੀ ਪੁੱਛ ਕੇ ਦੇਖ ਲਓ ਵੀ ਆਹ ਸਾਡੇ ਬਾਬਾ ਜੀ ਦੀ 1945 ਦੀ ਰਜਿਸਟਰ ਕਰਾਈ ਹੋਆ ਦੁਆਬਾ ਟਰਾਂਸਪੋਰਟ 1945 ਦੀ ਹੁਸ਼ਿਆਰਪੁਰ ਦੇ ਵਿੱਚ ਔਰ ਅੱਜ ਤੱਕ ਜਿਹੜੇ ਸਾਡੇ ਨਾਲ ਸ਼ੇਅਰ ਹੋਲਡਰ ਸੀਗੇ ਜਾਂ ਕੰਮ ਕਰਦੇ ਸੀ ਉਹ ਅੱਜ ਵੀ ਇੰਟੈਕਟ ਆ ਜੋ ਉਹ ਰਿਲੇਸ਼ਨਸ਼ਿਪ ਆ ਨਾ ਜੀ ਜੋ ਅਸੀਂ ਦੇਖਦੇ ਹਾਂ ਅੰਡਰਸਟੈਂਡਿੰਗ ਔਰ ਰਿਲੇਸ਼ਨਸ਼ਿਪ ਜਿਹੜੇ ਪਰਿਵਾਰਕ ਆ ਨਾ ਜੀ ਉਹ ਅੱਜ ਅਸੀਂ ਨਹੀਂ ਮਿਲਦੇ ਉਹ ਅੱਜ ਯੂ نو ਹੈਗਾ ਕੱਲ ਨੂੰ ਹੈਗਾ ਜੇ ਹੈ ਨਹੀਂ ਤੁਹਾਨੂੰ ਪਤਾ ਨਹੀਂ ਹੈਗਾ ਨਾ ਉਹ ਜਿਹੜੀ ਦਿਲੋਂ ਕਿਸੇ ਦੇ ਨਾਲ ਪਿਆਰ ਹੁੰਦਾ ਨਾ ਜੀ ਬਹੁਤ ਘੱਟ ਅੱਜ ਕੱਲ ਮੈਂ ਦੇਖਿਆ ਹੁਣ ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਗਈ ਹੈ ਯੂਰ ਐਬਸੋਲੂਟਲੀ ਕੰਪੇਅਰ ਟੂ ਕਿ ਉਹਨਾਂ ਦੀ ਡੈਫੀਨੇਸ਼ਨ ਹੀ ਬਦਲ ਗਈ ਹੈ ਨਹੀਂ ਤਾਂ ਅੱਗੇ ਮੈਨੂੰ ਵੀ ਯਾਦ ਹੈ ਮੈਨੂੰ ਵੀ ਇੱਥੇ 30 ਸਾਲ ਹੋ ਗਏ ਹੁਣ ਤੁਸੀਂ ਤੇ ਮੈਂ ਤੋਂ ਥੋੜਾ ਪਹਿਲਾਂ ਦੇ ਆਏ ਹੋ ਤੇ ਇੱਥੇ ਤੇ ਇਦਾਂ ਹੁੰਦਾ ਸੀ ਕਿ ਆਪਣਾ ਕਿਤੇ ਵੀ ਕੋਈ ਮਿਲ ਜਾਣਾ ਕਿਤੇ ਚਾਹ ਚੜ ਜਾਣਾ ਇੱਕ ਦੂਸਰੇ ਨੂੰ ਦੇਖ ਕੇ ਇੰਨਾ ਪਿਆਰ ਹੁਣ ਵੀ ਜਿਹੜੇ ਪਹਿਲੇ ਆ ਜਦੋਂ ਹੁਣ ਵੀ ਮਿਲਦੇ ਨੇ ਉਹ ਇਸੇ ਤਰ੍ਹਾਂ ਹੀ ਆ ਇਦਾਂ ਮਿਲਦੇ ਜੀ ਸੋ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਜੀ ਫੇਰ ਕਰਦੇ ਆਇਆ ਵੀ ਯਾਰ ਵਾਈ ਨਾਟ ਵੀ ਆਪ ਇੱਕ ਵਾਰੀ ਇਹਨੂੰ ਟਰਾਈ ਕੀਤਾ ਜਾਵੇ ਤਾਂ ਕਿਉਂਕਿ ਯੂ نو ਇਨਫ ਮੈਨੂੰ ਯੂ نو ਸੀਗਾ ਨੌਲੇਜ ਸੀਗੀ ਤੇ ਪਹਿਲੀ ਵਾਰ ਪਹਿਲੀ ਵਾਰ ਤਾਂ ਮੈਂ ਐਕਚੁਅਲੀ ਲੂਜ਼ ਕਰ ਗਿਆ ਸੀ 2004 ਦੇ ਵਿੱਚ ਮੈਂ ਜਦੋਂ ਰਨ ਕੀਤਾ ਨਾ ਜੀ ਤੇ ਆਈ ਲੋਸਟ ਪਰ ਮੇਰੇ ਦਿਮਾਗ 'ਚ ਰਿਹਾ ਵੀ ਇਹ ਦੈਟਸ ਅ ਪਾਰਟ ਆਫ ਇਟ ਬਈ ਇਟ ਕੈਨ ਬੀ ਡਨ ਹਾਂਜੀ ਪਰ ਜਿਹੜਾ ਐਡਮਿੰਟਨ ਹੈ ਨਾ ਜੀ ਜਿਹੜਾ ਕੈਪੀਟਲ ਸਿਟੀ ਕੋਈ ਵੀ ਹੁੰਦਾ ਨਾ ਜੀ ਹਮੇਸ਼ਾ ਹੀ ਜਿਹੜੀ ਮੌਜੂਦਾ ਸਰਕਾਰ ਦੇ ਲਈ ਨਾ ਜੀ ਉਸ ਉੱਥੋਂ ਐਮਐਲਏ ਬਣਨਾ ਆਲਵੇਜ਼ ਡਿਫਿਕਲਟ ਰਿਹਾ ਕਿਉਂਕਿ ਮੇਰੇ ਟਾਈਮ ਤੋਂ ਪਹਿਲਾਂ ਜਦੋਂ ਮੈਂ ਫਿਰ 2008 ਦੇ ਵਿੱਚ ਐਡਮਿੰਟਨ ਐਲਰਸਲੀ ਤੋਂ ਨੋਮੀਨੇਸ਼ਨ ਲੜੀ ਮੈਂ ਉਸ ਟਾਈਮ ਤੇ 3-4 ਐਕਚੁਅਲੀ ਕੰਸੈਕਿਊਟਿਵ ਟਰਮਸ ਲਿਬਰਲ ਦੇ ਇੱਥੇ ਐਮਐਲਏ ਰਹੇ ਆ ਤੇ ਉਸ ਤੋਂ ਪਹਿਲਾਂ ਐਨਡੀਪੀ ਦਾ ਹੁੰਦਾ ਸੀਗਾ ਸੋ 5 ਟਰਮਾਂ ਦੀ ਆਪੋਜੀਸ਼ਨ ਜਿਹੜੀ ਸੀਗੀ ਮੈਂ 2008 ਚ ਅਨਸੀਟ ਕੀਤੀ ਸੀ ਬਟ ਮੈਨੂੰ ਪਤਾ ਵੀ ਕਿੰਨਾ ਜ਼ਿਆਦਾ ਅਸੀਂ ਉਦੋਂ ਹਾਰਡ ਵਰਕ ਕੀਤਾ ਔਰ ਮੇਰੇ ਇੱਕ ਦਿਮਾਗ 'ਚ ਸੀਗਾ ਜੀ ਬਈ ਮੈਂ ਨਾ ਇੱਕ ਜਿੱਦਾਂ ਮੈਨੂੰ ਕਿਸੇ ਬੰਦੇ ਨੇ ਜੀ ਬੜੀ ਵਧੀਆ ਐਟ ਦਾ ਟਾਈਮ ਮੈਨੂੰ ਐਡਵਾਈਸ ਦਿੱਤੀ ਕਹਿੰਦੇ ਜੀ ਤੁਸੀਂ ਅੱਜ ਐਮਐਲਏ ਬਣ ਗਏ ਆ ਬਈ ਆਈ ਹੈਡ ਅ ਚਿਪ ਔਨ ਮਾਈ ਸ਼ੋਲਡਰ ਵੀ ਆਹ ਯਾਰ ਮੇਰੀ ਹੈਲਪ ਨਹੀਂ ਕੀਤੀ ਮੇਰੀ ਆਪੋਜੀਸ਼ਨ ਕਰਦੇ ਸੀ ਉਹ ਕਹਿੰਦਾ ਵੀ ਅੱਜ ਤੂੰ ਕਹਿੰਦਾ ਸਾਰਿਆਂ ਦਾ ਐਮਐਲਏ ਆ ਕੀ ਬਾਤ ਹੈ ਜੀ ਔਰ ਕਹਿੰਦਾ ਸਮਾਜ ਜਿਨ੍ਹਾਂ ਬੰਦਿਆਂ ਨੇ ਤੇਰੀ ਹੈਲਪ ਨਹੀਂ ਨਾ ਕੀਤੀ
ਉਹਨਾਂ ਦੀ ਆਊਟ ਆਫ ਦਾ ਵੇ ਜਾ ਕੇ ਹੈਲਪ ਕਰੋ, ਵੀ ਨਾਲ ਜੋੜੋ, ਨਾ ਕਿ ਉਹਨਾਂ ਨੂੰ ਦੂਰ ਦੜਾਓ ਜੀ। ਸੋ ਇਹ ਮੈਂ ਲੈ ਕੇ ਚੱਲਿਆ ਜੀ, ਲੀਡਰ ਸਰਵੈਂਟ ਜਿਹੜਾ ਹੈਗਾ ਨਾ ਜੀ, ਇਹ ਮੈਂ ਇੱਕ ਐਟੀਟਿਊਡ ਲੈ ਕੇ ਚੱਲਿਆ ਵੀ ਕਈ ਵਾਰੀ ਬੰਦਿਆਂ ਨੇ, ਤੁਸੀਂ ਗੁਰਦੁਆਰੇ ਜਾਂਦੇ ਜਾਂ ਮੰਦਿਰ ਜਾਂਦੇ ਆ, ਜੇ ਬੰਦਾ ਤੁਹਾਨੂੰ ਦੇਖ ਕੇ ਦੂਜੇ ਪਾਸੇ ਨੂੰ ਵੀ ਮੂੰਹ ਕਰ ਲਿਆ ਨਾ, ਮੈਂ ਓਨੈਸਟਲੀ ਤੁਹਾਨੂੰ ਦੱਸਦਾ, ਉਹਦੇ ਮੈਂ ਜਾ ਕੇ ਸ਼ੋਲਡਰ ਤੇ ਟੈਪ ਕਰਕੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਜੀ ਜੀ। ਇੱਕ ਵਾਰੀ ਦੋ ਵਾਰੀ, ਅਗਲੇ ਬੰਦੇ ਨੂੰ ਤੀਜੀ ਵਾਰੀ ਲੱਗਦਾ ਯਾਰ ਇਹ ਜੈਨੂਇਨਲੀ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ, ਵੀ ਇਹ ਸਿਰਫ ਪੋਲਿਟਿਕਸ ਕਰਕੇ ਨਹੀਂ ਬੁਲਾਉਂਦਾ। ਔਰ ਹਮੇਸ਼ਾ ਹੀ ਨਿਮਰਤਾ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਏ ਆ ਜੀ। ਔਰ ਇਟ ਡਸਨਟ ਮੈਟਰ ਕੋਈ ਬੰਦਾ ਕਿਤੇ ਰਹਿੰਦਾ ਸੀਗਾ, ਮੈਂ ਨਹੀਂ ਕਦੀ ਫੈਮਿਲੀ, ਤੁਹਾਡੇ ਫਾਦਰ ਮਦਰ ਕਿਤੇ ਵੀ ਬਾਹਰ ਮਿਲਣ, ਤੁਹਾਡੇ ਮਿਸਿਸ ਬੱਚੇ ਵੀ ਰੀਅਲੀ ਕਨੈਕਟਡ ਟੂ ਦ ਕਮਿਊਨਿਟੀ। ਸੋ ਮੈਂ ਇਦਾਂ ਨਹੀਂ ਕਦੀ ਸੋਚਿਆ ਵੀ ਯਾਰ ਤੂੰ ਮੇਰੀ ਕੰਸਟੀਟੂਐਂਸੀ ਰਹਿੰਦਾ, ਤੇਰੀ ਅਸੀਂ ਹੈਲਪ ਨਹੀਂ ਕਰਨੀ। ਇਟ ਡਸਨਟ ਮੈਟਰ। ਜੇ ਤੁਸੀਂ ਮੇਰੇ ਕੋਲ ਆ ਗਏ ਜਾਂ ਮੈਨੂੰ ਫੋਨ ਕਰ ਲਿਆ ਨਾ ਜੀ, ਇਟਸ ਮਾਈ ਜੌਬ। ਮੈਨੂੰ ਕਈ ਵਾਰੀ ਇਸੇ ਗੱਲ ਤੋਂ ਮੈਨੂੰ ਖਿਝ ਵੀ ਆਉਂਦੀ ਆ, ਜਿਹੜੇ ਕਈ ਵਾਰੀ ਸਾਡੇ ਕਰੰਟ ਕਈ ਵਾਰੀ ਪੋਲੀਟੀਸ਼ੀਅਨਸ ਹੁੰਦੇ ਆ, ਵੀ ਦਿਸ ਇਜ਼ ਨਾਟ ਦ ਪਾਲਿਸੀ। well don't read the policy to me, I know the policy। ਤੂੰ ਕੰਮ ਇਹ ਮੈਨੂੰ ਦੱਸ ਵੀ ਕੰਮ ਕਰਾਉਣਾ ਕਿੱਦਾਂ ਜੀ, that's my job। ਜੇ ਜੈਨੂਇਨ ਕੰਮ ਹੈ ਨਾ ਜੀ, ਇਹ ਕਿੱਦਾਂ ਹੋ ਸਕਦਾ ਜੀ ਜੀ ਜੀ। ਜਿਹੜਾ ਦੇਖੋ ਜਿਹੜਾ ਕਈ ਵਾਰੀ ਤੁਹਾਨੂੰ ਕੀ ਹੁੰਦਾ ਜੀ, ਜਿਹੜੇ ਬਿਊਰੋਕ੍ਰੇਸੀ ਹੈ ਨਾ ਜੀ, ਦੇ ਕ੍ਰੀਏਟ ਆਲ ਕਾਈਂਡਸ ਆਫ ਬੈਰੀਅਰਸ। ਐਜ਼ ਅ ਪੋਲੀਟੀਸ਼ੀਅਨ ਇਹ ਸਾਡੀ ਜੌਬ ਆ ਵੀ ਇਹਨੂੰ ਬਿਊਰੋਕ੍ਰੇਸੀ ਨੂੰ ਅਸੀਂ ਕੱਟ ਕਰਕੇ ਤੇ ਇਹ ਜਿਹੜਾ ਅਸੀਂ ਇੱਕ ਗੋਲ ਹੈਗਾ ਉਹਨੂੰ ਅਕੰਪਲਿਸ਼ ਕਿੱਦਾਂ ਕਰਨਾ ਜੀ, ਰਾਈਟ। ਕਿਉਂਕਿ ਇੱਥੇ ਬਹੁਤ ਹੀ ਘੱਟ ਤੁਹਾਨੂੰ ਇਦਾਂ ਦੀ ਜਨਤਾ ਮਿਲਦੀ ਜਿਹੜਾ ਗਲਤ ਕੰਮ ਕਰਾਉਣ ਦੀ ਟਰਾਈ ਕਰਦੇ ਆ, ਬਹੁਤ ਘੱਟ। ਇਹ ਨਹੀਂ ਮੈਂ ਕਹਿੰਦਾ ਮਿਲਦੇ ਹੀ ਨਹੀਂ, ਮਿਲਦੇ ਆ, ਕਹਿੰਦੇ ਆ, ਉਹਨਾਂ ਨੂੰ ਤੁਸੀਂ ਸਾਫ਼ ਮਨਾ ਕਰ ਦਿਓ, ਉਹਨੂੰ ਕੋਈ ਮਾਈਂਡ ਵੀ ਨਹੀਂ ਕਰਦਾ। ਪਰ ਜਿਹੜਾ ਜੈਨੂਇਨ ਕੰਮ ਹੈਗੇ ਆ ਨਾ ਜੀ, ਉਹ ਸਾਡੀ ਜੌਬ ਆ ਐਸ ਪੋਲੀਟੀਸ਼ੀਅਨ ਪੇ ਇੱਕ ਤਰੀਕਾ ਲੱਭੋ ਇਹਨੂੰ ਅਸੀਂ ਅਕੰਪਲਿਸ਼ ਕਿਦਾਂ ਕਰ ਸਕਦੇ ਹਾਂ। ਜੇ ਆਹ ਇੱਧਰ ਕਰ ਰਿਹਾ, ਇਹਨੂੰ ਆਹ ਗ੍ਰਾਂਟ ਮਿਲ ਗਈ, ਵਾਈ ਨਾਟ ਦਿਸ ਇੰਡੀਵਿਜੂਅਲ, ਰਾਈਟ, ਵਾਈ ਨਾਟ। ਸੋ ਇਸ ਐਜ਼ ਐਨ ਇੰਡੀਵਿਜੂਅਲ ਫਿਰ ਸਾਡੀ ਜੌਬ ਹੈ ਵੀ ਉਹਨਾਂ ਨੂੰ ਗਾਈਡ ਕਰੋ ਇਹ ਕਿਦਾਂ ਹੋ ਸਕਦਾ। ਸੋ ਮੈਨੂੰ ਲੱਗਦਾ ਜੀ ਇਸ ਪੂਰੇ ਜੀ ਜਾਨ ਦੇ ਨਾਲ ਮਿਹਨਤ ਕੀਤੀ ਜੀ ਜਿੰਨਾ ਚਿਰ ਇਲੈਕਟਡ ਰਹੇ ਆ। ਔਰ ਕਹਿੰਦੇ ਹੁੰਦੇ ਵੀ ਕਈ ਵਾਰੀ ਜੋ ਤੁਹਾਡੀਆਂ ਲਕੀਰਾਂ ਤੁਹਾਡੀ ਉੱਪਰ ਵਾਲੇ ਦੇ ਹੱਥ ਦੇ ਵਿੱਚ ਆ ਜੀ, ਚੱਲਦੀ ਰਹਿੰਦੀ ਹੈ। ਅਸੀਂ ਆਪ ਠੀਕ ਹੈ, ਐਜ਼ ਅ ਹਿਊਮਨ ਬੀਇੰਗ ਅਸੀਂ ਸਾਰੇ ਟਰਾਈ ਕਰਦੇ ਹਾਂ ਜੀ, ਅਸੀਂ ਇੱਥੇ ਪਹੁੰਚੀਏ, ਅਸੀਂ ਇੱਥੇ ਪਹੁੰਚੀਏ। ਜਦੋਂ ਟਾਈਮ ਆਉਣਾ ਨਾ ਜੀ, ਇਹ ਉਦੋਂ ਹੀ ਆਉਣਾ ਜੀ। ਪਰ ਹੈਵਿੰਗ ਸੈਡ ਦੈਟ, ਮਿਹਨਤ ਕਰਨਾ ਸਾਡਾ ਫਰਜ਼ ਹੈ ਜੀ। ਜੇ ਅਸੀਂ ਮਿਹਨਤ ਹੀ ਨਾ ਕਰਾਂਗੇ ਵੀ ਜੋ ਕਰਨੇ ਉੱਪਰ ਵਾਲੇ ਨੇ ਕਰ ਹੀ ਦੇਣਾ, ਉਹ ਵੀ ਇਦਾਂ ਵੀ ਨਹੀਂ ਹੁੰਦਾ। God help those who help themselves। ਮੈਂ ਇਸ ਗੱਲ ਨੂੰ ਵੀ ਮੰਨ ਕੇ ਚੱਲਦਾ ਵੀ ਅਸੀਂ ਆਪਣੀ ਮਿਹਨਤ ਕਰੋ, ਗਰਾਊਂਡ ਲੈਵਲ ਦਾ ਕੰਮ ਕਰੋ, ਤੇ when the opportunity comes, the door will be there for you, the door will open for you। ਕੁਦਰਤ ਹਮੇਸ਼ਾ ਇਨਸਾਫ ਕਰਦੀ ਹੈ, ਬਿਲਕੁਲ ਜੀ, ਸਮਾਂ ਆਉਂਦਾ ਉਸ ਚੀਜ਼ ਦਾ। ਬਿਲਕੁਲ ਜਿਹੜਾ ਕਰਮਾ ਔਰ ਸਮਾਂ ਹੈ ਨਾ ਜੀ, ਇਹ ਐਬਸੋਲੂਟਲੀ ਯੂ ਆਰ ਬੈਂਗ ਔਨ। ਸੋ ਇੰਸ਼ੋਰੈਂਸ ਦੀ ਗੱਲ, ਮੈਂ ਵੀ ਕਾਫੀ ਅਰਸਾ ਇੰਸ਼ੋਰੈਂਸ ਦਾ ਕੰਮ ਕੀਤਾ, ਜਨਰਲ ਇੰਸ਼ੋਰੈਂਸ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਦੇ ਵਿੱਚ ਵੀ ਹੁਣ ਇਨਵੋਲਵ ਹੋ ਕਾਫੀ ਜ਼ਿਆਦਾ। ਇਹ ਕਿਸ ਤਰ੍ਹਾਂ ਤੁਹਾਡਾ ਮਨ ਬਣਿਆ ਕਿ ਹੁਣ ਆਈ ਨੋ ਯੂ ਗਾਇਜ਼ ਹੈਡ ਅਨਦਰ ਬਿਜ਼ਨਸ, ਤੁਹਾਡੇ ਮਿਸਿਸ ਉਹਨਾਂ ਨੂੰ ਉਸ ਬਿਜ਼ਨਸ ਨੂੰ ਰਨ ਕਰਦੇ ਆ ਜਾਂ ਹੁਣ ਵੀ ਕਰਦੇ ਕਿ ਨਹੀਂ ਕਰਦੇ ਸੀਗੇ ਪਹਿਲਾਂ, ਤੇ ਉਸ ਤੋਂ ਬਾਅਦ ਤੁਸੀਂ ਹੁਣ ਇੰਸ਼ੋਰੈਂਸ ਵੱਲ ਰੁਖ ਕੀਤਾ। ਇਹ ਕਿਸ ਤਰ੍ਹਾਂ ਸਬਬ ਬਣਿਆ ਕਿ ਇੰਸ਼ੋਰੈਂਸ ਨੂੰ ਵੀ ਅਜ਼ਮਾਇਆ ਜਾਵੇ? ਮੈਂ ਐਕਚੁਅਲੀ ਨਾ ਜੀ 2015 ਦੀ ਇਲੈਕਸ਼ਨ ਤੋਂ ਬਾਅਦ ਤਾਂ ਮੈਂ ਤਾਂ ਐਕਚੁਅਲੀ ਟੀਚਿੰਗ ਕਰਨੀ ਸਟਾਰਟ ਕਰ ਦਿੱਤੀ ਸੀ। ਅੱਛਾ ਜੀ। ਫਿਰ ਇੱਕ ਓਪਰਚੁਨਿਟੀ ਮਿਲੀ ਇੱਕ ਰਜਿਸਟਰੀ ਖਰੀਦਣ ਦੀ ਜੀ। ਸੋ ਅਸੀਂ ਰਜਿਸਟਰੀ ਖਰੀਦੀ। ਮੈਂ ਤਾਂ ਵੈਸੇ ਇੰਸ਼ੋਰੈਂਸ 'ਚ ਇਨਵੋਲਵ ਨਹੀਂ ਹੈਗਾ, ਮੈਂ ਤਾਂ ਮੋਸਟਲੀ ਰਜਿਸਟਰੀ 'ਚ ਹੀ ਇਨਵੋਲਵ ਆ। ਅੱਛਾ ਜੀ। ਤੇ ਮੇਰੇ ਕੋਲ ਤਾਂ ਇੰਸ਼ੋਰੈਂਸ ਦਾ ਲਾਇਸੈਂਸ ਵੀ ਹੈ ਨਹੀਂ, ਪਰ ਕਿਉਂਕਿ ਜਾਣ ਪਛਾਣ ਹੈਗੀ ਆ, ਲੋਕ ਕਹਿੰਦੇ ਵੀ ਕਿਉਂਕਿ ਮੇਰਾ ਲੜਕਾ ਮੋਸਟਲੀ ਇੰਸ਼ੋਰੈਂਸ ਨੂੰ ਰਨ ਕਰਦਾ, ਠੀਕ ਹੈ, ਤੇ ਮੈਂ ਆਪਣੀ ਮਿਸਿਸ ਦੀ ਤਾਂ ਮੇਰਾ ਛੋਟਾ ਲੜਕਾ, ਉਹਨਾਂ ਦੀ ਹੈਲਪ ਕਰਦੇ ਆ ਅਸੀਂ ਆਪਣੀਆਂ ਰਜਿਸਟਰੀਆਂ ਨੂੰ ਰਨ ਕਰਨ ਦੀ। ਦੋ ਹੈਗੀਆਂ ਕਿ ਇੱਥੇ ਇੱਕ ਸਾਡੇ ਕੋਲ ਫੋਰਟ ਸੈਸਕੈਚੁਅਨ ਆ, ਤੇ ਮੇਰੀ ਮੋਸਟਲੀ ਇਨਵੋਲਵ ਇੱਥੇ ਹੈ। ਕਈ ਵਾਰੀ ਜਿੱਦਾਂ ਆਪਾਂ ਗੱਲ ਕੀਤੀ ਆ ਨਾ ਜੀ, ਕੋਈ ਅਸੀਂ ਐਕਟਿਵਲੀ, ਸਾਡੇ ਕੋਲ ਪਹਿਲਾਂ ਕਾਰ ਰੈਂਟਲ ਬਿਜ਼ਨਸ ਸੀਗਾ ਤੇ ਸਾਨੂੰ ਸੀਗਾ ਵੀ ਜੇ ਇੰਸ਼ੋਰੈਂਸ ਅਸੀਂ ਦੇਰ ਦੇ ਦੇਖ ਰਹੇ ਸੀ। ਮੇਰੇ ਲੜਕੇ ਦਾ ਬਹੁਤ ਜ਼ਿਆਦਾ ਇੰਟਰਸਟ ਸੀਗਾ, ਸਟੀਵਨ ਦਾ ਨਾ ਜੀ, ਵੀ ਇੰਸ਼ੋਰੈਂਸ ਖਰੀਦੀਏ ਕਿਉਂਕਿ ਇਸ ਐਸੈਂਸ਼ੀਅਲ ਸਰਵਿਸ। ਜਦੋਂ ਇੰਸ਼ੋਰੈਂਸ ਦੇਖਦੇ ਸੀ, ਇੱਕ ਓਨੈਸਟਲੀ ਮੈਂ ਤੁਹਾਨੂੰ ਦੱਸਦਾ ਜੀ, ਇੱਕ ਆਲ ਆਫ ਅ ਸਡਨ ਓਪਰਚੁਨਿਟੀ ਆਈ ਵੀ ਇਸ ਜਗ੍ਹਾ ਦੇ ਉੱਤੇ ਇੱਕ ਰਜਿਸਟਰੀ ਸੇਲ ਤੇ ਲੱਗੀ ਹੋਆ, ਆਰ ਯੂ ਇੰਟਰਸਟਡ? ਮੈਂ ਕਿਹਾ ਵੀ ਐਬਸੋਲੂਟਲੀ ਆਮ ਇੰਟਰਸਟਡ, ਦੇਖਿਆ ਜਾ ਸਕਦਾ। ਤੇ ਅਸੀਂ ਗਏ, ਮੈਂ ਆਪ ਹੀ ਗਿਆ ਉੱਥੇ, ਉਹਨੂੰ ਮੈਂ ਲੇਡੀ ਨੂੰ ਆਪਣਾ ਕਾਰਡ ਦਿੱਤਾ, ਤਾਂ
the conversation began. ਸਾਨੂੰ ਲੱਗਾ 7-8 ਮਹੀਨੇ ਲੱਗੇ to close the deal ਤੇ ਕਿਉਂਕਿ ਇੱਕ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਦੀ honestly ਤੁਹਾਨੂੰ ਦੱਸਾਂ ਟਰਾਂਸਪੋਰਟ ਦੇ ਬਿਜ਼ਨਸ ਤੋਂ ਸਿਵਾਏ ਅਸੀਂ ਕਦੀ ਕੋਈ ਬਿਜ਼ਨਸ ਕੀਤਾ ਹੀ ਨਹੀਂ ਨਾ ਪਤਾ ਹੀ ਸੀਗਾ ਠੀਕ ਆ ਸਾਡੇ ਕੋਲ ਕਾਰ ਰੈਂਟਲ ਸੀਗਾ ਤੇ ਇਟਸ ਅ ਡਿਫਰੈਂਟ ਕਾਈਂਡ ਆਫ ਬਿਜ਼ਨਸ ਉਹ ਵੀ ਮੇਰੀ ਵਾਈਫ ਨੇ ਮੋਸਟਲੀ ਰਨ ਕੀਤਾ ਕਿਉਂਕਿ ਮੈਂ ਤਾਂ ਟੀਚ ਹੀ ਕਰਦਾ ਸੀ ਪਰ ਉਧਰ ਵਿੱਚ ਫਿਰ ਰਜਿਸਟਰੀ ਲੈ ਲਈ ਨਾਲ ਸੂਨ ਐਜ਼ ਵੀ ਬਾਟ ਰਜਿਸਟਰੀ ਫਿਰ ਸਾਡੇ ਲੜਕੇ ਨੂੰ ਹੋਰ ਵੀ ਉਤਸ਼ਾਹਤ ਹੋ ਗਿਆ ਵੀ ਸਾਨੂੰ ਇੰਸ਼ੋਰੈਂਸ ਵੀ ਲੈਣੀ ਚਾਹੀਦੀ ਸਾਈਡ ਬਾਈ ਸਾਈਡ ਸੋ ਅੱਜ ਦੀ ਡੇਟ ਦੇ ਵਿੱਚ ਅਸੀਂ ਇੰਸ਼ੋਰੈਂਸ ਵੀ ਔਰ ਰਜਿਸਟਰੀ ਵੀ ਦੋਨੋਂ ਹੀ ਰਨ ਕਰਦੇ ਹਾਂ ਜੀ ਤੇ ਮੈਂ ਮੋਸਟਲੀ ਰਜਿਸਟਰੀ ਸਾਈਡ ਤੇ ਹੀ ਆ ਤੇ ਲੜਕਾ ਮੇਰਾ ਤਾਂ ਮੋਸਟਲੀ ਇੰਸ਼ੋਰੈਂਸ ਸਾਈਡ ਤੇ ਹੁੰਦਾ ਮਾਈ ਰੇਡੀਓ 580 AM ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਪ੍ਰਵਾਸ ਦੀ ਗੱਲਬਾਤ ਕਰ ਰਹੇ ਨਰੇਸ਼ ਭਾਰਦਵਾਜ ਹੋਰਾਂ ਦੇ ਨਾਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ ਸਵਾਗਤ ਥੈਂਕ ਯੂ ਜੀ ਤੇ ਜੋ ਆਪਾਂ ਗੱਲ ਕਰਦੇ ਸੀ ਕਿ ਤੁਹਾਡਾ ਪੋਲਿਟਿਕਸ ਦੇ ਵਿੱਚ ਆਉਣਾ ਉਸ ਤੋਂ ਬਾਅਦ ਇੰਸ਼ੋਰੈਂਸ ਦਾ ਬਿਜ਼ਨਸ ਤੇ ਉਸ ਤੋਂ ਬਾਅਦ ਇੱਕ ਤੁਹਾਨੂੰ ਮੈਂ ਸਵਾਲ ਦੋ ਪੁੱਛਾਂਗੀ ਇੱਕ ਤਾਂ ਆਪਣੀ ਫਿਊਚਰ ਪਲਾਨ ਦੱਸੋ ਕਿ ਵਾਟ ਯੂ ਆਰ ਥਿੰਕਿੰਗ ਤੇ ਦੂਸਰਾ ਇਹ ਕਿ ਜਿਹੜੇ ਕੋਈ ਸੋਚ ਰਹੇ ਹੋਣ ਕਿ ਮੈਂ ਵੀ ਪੋਲਿਟਿਕਸ ਦੇ ਵਿੱਚ ਰਾਜਨੀਤੀ ਦੇ ਵਿੱਚ ਆਪਣੀ ਕਿਸਮਤ ਆਜ਼ਮਾਉਣੀ ਹੈ ਜਾਂ ਕਿਸੇ ਨੂੰ ਬਹੁਤ ਇਸ ਤਰ੍ਹਾਂ ਹੋਵੇ ਕਿ ਦੇਸ਼ ਭਗਤੀ ਕਿ ਅਸੀਂ ਬਹੁਤ ਜ਼ਿਆਦਾ ਆਪਣੇ ਪ੍ਰੋਵਿੰਸ ਲਈ ਆਪਣੇ ਇਲਾਕੇ ਲਈ ਕੰਮ ਕਰਨਾ ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਹੋ ਦੇਖੋ ਜੀ ਮੇਰੀ ਪਲਾਨ ਇਹ ਹੈਗੀ ਆ ਵੀ ਜਿਹੜਾ ਅਪਕਮਿੰਗ ਫੈਡਰਲ ਇਲੈਕਸ਼ਨ ਆ ਨਾ ਜੀ ਉਹਦੇ ਲਈ ਅਲਬਰਟਾ ਨੂੰ 3 ਐਕਸਟਰਾ ਸੀਟਾਂ ਮਿਲ ਰਹੀਆਂ ਬੇਸਡ ਔਨ ਦ ਰੀਸੈਂਟ ਜਿਹੜੇ ਸੈਂਸਸ ਹੋਏ ਆ ਜੀ ਔਰ ਮੈਨੂੰ ਆਲਮੋਸਟ ਸਾਨੂੰ ਪੱਕੀ ਉਮੀਦ ਆ ਵੀ ਇੱਕ ਸੀਟ ਐਡਵੈਂਟਰ ਨੂੰ ਜ਼ਰੂਰ ਮਿਲੇਗੀ ਮੇਬੀ 2 ਇੱਕ ਦਾ ਰੂਰਲ ਦੇ ਵਿੱਚ ਆਏਗੀ ਠੀਕ ਹੈ ਔਰ ਮੈਂ ਉੱਥੇ ਆਪਣਾ ਕੰਮ ਕਰ ਰਿਹਾ ਜੀ ਸੋਚ ਰਿਹਾ ਰੈਡੀ ਹੋ ਰਿਹਾ ਕਿਉਂਕਿ ਇਟ ਟੇਕਸ ਟਾਈਮ It does. ਪਰ it's a process. Boundary redistribution ਹੋਣੀ ਆ ਕਮਿਸ਼ਨ is already in place. ਅਗਲੇ ਸਾਲ ਉਹਨਾਂ ਨੇ ਬਾਉਂਡਰੀਆਂ ਰੀਡਰਾ ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਬਾਈ 2023 ਉਹਨਾਂ ਨੇ ਟਰੈਵਲ ਸ਼ੁਰੂ ਕਰ ਦੇਣੀ ਵੀ ਟੂ ਪੁੱਟ ਅ ਫਾਈਨਲ ਸਟੈਂਪ ਔਨ ਇਨ ਮਿਡਲ 2023 ਬਾਉਂਡਰੀ ਜਿਹੜਾ ਕਮਿਸ਼ਨ ਨੇ ਫਾਈਨਲ ਕਰ ਦੇਣਾ ਉਸ ਤੋਂ ਬਾਅਦ 6-7 ਮਹੀਨੇ ਹੁੰਦੇ ਆ ਪਾਰਟੀਆਂ ਨੂੰ ਰੈਡੀ ਹੋਣ ਦੇ ਲਈ ਜੀ ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਨੈਕਸਟ ਫੈਡਰਲ ਇਲੈਕਸ਼ਨ ਆ 2.5 ਸਾਲ ਤੋਂ ਪਹਿਲਾਂ ਹੋਣੀ ਆ at least I don't think so then again I think full term ਤਾਂ ਨਹੀਂ ਚਾਹੀਦੀ maybe ਪਰ still 2-2.5 ਸਾਲ ਤੋਂ ਪਹਿਲਾਂ I can't see that happening so ਆਪਣੇ ਆਪ ਨੂੰ ਨਾ ਉਹਦੇ ਲਈ ਮੈਂ ਪੋਜੀਸ਼ਨ ਕਰ ਰਿਹਾ ਜੀ ਤੇ ਗੈਟਿੰਗ ਰੈਡੀ ਡੂਇੰਗ ਮਾਈ ਗਰਾਊਂਡ ਵਰਕ ਬਟ ਅੱਗੇ ਕਈ ਵਾਰੀ ਹੁੰਦਾ ਵੀ ਉੱਪਰ ਵਾਲੇ ਦੇ ਕੁਛ ਚੀਜ਼ਾਂ ਉਹਦੇ ਹੱਥ 'ਚ ਹੁੰਦੀਆਂ ਪਰ ਮੈਂ ਆਪਣਾ ਪੂਰਾ ਜ਼ੋਰ ਲਾ ਰਿਹਾ ਜੀ ਗਰਾਊਂਡ ਵਰਕ ਕਰ ਰਿਹਾ ਦੂਸਰਾ ਤੁਸੀਂ ਪੁੱਛਿਆ ਜਿਹੜਾ ਬਈ ਜਿਹੜੇ ਕੋਈ ਨਵੇਂ ਆਉਣਾ ਚਾਹੁੰਦੇ ਆ ਮੇਰਾ ਇੱਕ ਓਨੈਸਟ ਓਪੀਨੀਅਨ ਆ ਜੀ ਜਿਹੜਾ ਕੋਈ ਵੀ ਇੰਡੀਵਿਜੂਅਲ ਪਬਲਿਕ ਲਾਈਫ ਨੂੰ ਐਂਟਰ ਕਰਨਾ ਚਾਹੁੰਦਾ ਜੀ ਕੈਨ ਦੇ ਰੈਪਰੈਜ਼ੈਂਟ ਇਨਕਲੂਸਿਵ ਐਡਮਿੰਟਨ ਜੋ ਅੱਜ ਦੀ ਡਿਮਾਂਡ ਆ ਹੁਣ ਆਪਣੇ ਕਾਉਂਸਲਰ ਵੀ ਰਨ ਕਰਦੇ ਸੀ ਸਕੂਲ ਬੋਰਡ ਲਈ ਵੀ ਰਨ ਕਰਦੇ ਸੀ ਆਪਾਂ ਨੂੰ ਐਬਸੋਲੂਟਲੀ ਲੋੜ ਆ ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲਬਾਤ ਕੀਤੀ ਆ ਮੈਂ ਕਿਹਾ ਵੀ ਯੂ ਨੀਡ ਟੂ ਡੂ ਯਰ ਹੋਮਵਰਕ ਜੇ ਅਗਰ ਤੁਸੀਂ ਸਕੂਲ ਬੋਰਡ ਲਈ ਰਨ ਕਰਦੇ ਨਾ ਜੀ ਯੂ ਨੀਡ ਟੂ ਨੋ ਬਈ ਸਕੂਲ ਬੋਰਡ ਦੀਆਂ ਡਿਊਟੀਜ਼ ਕੀ ਆ ਦੇयर ਇਜ਼ ਨੋ ਰੀਅਲ ਸੈਟ ਮੈਨੂਅਲ ਪਰ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਵੀ ਸਕੂਲ ਬੋਰਡ ਦਾ ਬਜਟ ਕਿੰਨਾ ਸਕੂਲ ਬੋਰਡ ਦੀਆਂ ਇਹਨਾਂ ਦੀ ਇਨਵੋਲਵਮੈਂਟ ਜ਼ਰੂਰੀ ਹੈ ਇਹਦੀ ਯੂਰਿਸਡਿਕਸ਼ਨ ਕੀ ਹੈਗੀ ਆ ਔਰ ਮੋਰ ਇੰਪੋਰਟੈਂਟਲੀ ਤੁਹਾਡੀ ਜਿਹੜੀ ਕਮਿਊਨਿਟੀ ਇਨਵੋਲਵਮੈਂਟ ਹੈਗੀ ਆ ਨਾ ਜੀ ਇਹ ਜ਼ਰੂਰੀ ਆ ਔਰ ਇੱਕ ਤੁਹਾਡਾ ਮੇਰਾ ਆਪਣਾ ਇਹ ਹੈਗਾ ਵੀ ਬੰਦਿਆਂ ਨੂੰ ਜੈਨੂਅਲੀ ਹੋਣਾ ਚਾਹੀਦਾ ਵੀ ਇਸ ਗੱਲ ਨੂੰ ਇਹਨੂੰ ਬੰਦੇ ਨੂੰ ਪਤਾ ਦੇ ਕੈਨ ਸਪੀਕ ਵੈਲ ਜਿਹੜਾ ਕਿ ਆਈ ਥਿੰਕ ਐਸੈਂਸ਼ੀਅਲ ਹੈਗਾ ਔਰ ਵੱਧ ਚੜ ਕੇ ਭਾਗ ਵੀ ਲੈਣਾ ਚਾਹੀਦਾ ਕਮਿਊਨਿਟੀ ਇਵੈਂਟਸ ਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਯੈਸ ਯੂ ਨੀਡ ਟੂ ਬੀ ਸਿਲੈਕਟਿਵ ਆਮ ਨਾਟ ਸੇਇੰਗ ਵੀ ਜਿੱਥੇ ਤੁਹਾਨੂੰ ਓਪਰਚੁਨਿਟੀ ਮਿਲਦੀ ਨੱਠ ਕੇ ਜਾ ਕੇ ਮਾਈਕਰੋਫੋਨ ਨਾਲ ਨੂੰ ਨੱਠੋ ਆਮ ਨਾਟ ਸੇਇੰਗ ਦੈਟ ਐਟ ਆਲ ਪਰ selectively ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੇ ਅਗਰ ਤੁਸੀਂ ਇੱਧਰ ਨੂੰ ਜਾਣਾ ਡੂ ਯੋਰ ਗਰਾਊਂਡ ਵਰਕ ਡੂ ਯੋਰ ਹੋਮਵਰਕ ਔਰ ਮੇਕ ਸ਼ੋਰ ਵੀ ਲੋਕਾਂ ਦੇ ਵਿੱਚ ਇੱਕ ਇੰਪ੍ਰੈਸ਼ਨ ਹੋਵੇ ਵੀ ਜੇ ਅਗਰ ਆਪਾਂ ਇਹਨੂੰ ਇਲੈਕਟ ਕਰਦੇ ਹਾਂ ਵੀ ਇਹ ਸਾਡਾ ਕੰਮ ਕਰੇਗਾ ਔਰ ਸਾਡੀ ਇਹ ਆਵਾਜ਼ ਐਕਚੁਅਲ ਆਵਾਜ਼ ਬਣੇਗਾ ਨਾ ਕਿ ਵੀ ਉੱਥੇ ਜਾ ਕੇ ਤੁਸੀਂ ਚੁੱਪ ਕਰਕੇ ਬਹਿ ਜਾਓ ਬਈ ਤੁਸੀਂ ਆਪਣੇ ਜਿਹੜੇ ਐਕਚੁਅਲ ਬੇਸਿਕ ਇਸ਼ੂਜ਼ ਹੈਗੇ ਆ ਤੁਹਾਨੂੰ ਪਤਾ ਹੀ ਨਹੀਂ ਜਦ ਇਸ਼ੂਜ਼ ਦਾ ਤਾਂ ਤੁਸੀਂ ਰੈਪਰੈਜ਼ੈਂਟ ਕੀ ਕਰੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਨੌਲੇਜ ਹੋਣੀ ਚਾਹੀਦੀ ਆ ਇਸ਼ੂਜ਼ ਦੀ ਕਈ ਵਾਰੀ ਆਪਾਂ ਕੀ ਕਰਦੇ ਹਾਂ ਜੀ ਅਸੀਂ ਆਪਣੇ ਨਾ ਇੱਕ ਬਾਰ ਜਿਹੜੀ ਆ ਆਪਣੇ ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਵੀ ਆਪਾਂ ਉਹ ਬਾਰ ਆਪਾਂ ਕਿੱਥੇ ਸੈੱਟ ਕਰਦੇ ਹਾਂ ਜੀ ਗੁੱਡ ਪੁਆਇੰਟ ਔਰ ਸਾਨੂੰ ਉਹ ਬਾਰ ਜਿਹੜੀ ਹੈਗੀ ਆ ਨਾ ਜੀ ਇੱਥੇ ਸੈੱਟ ਕਰਨੀ ਚਾਹੀਦੀ
ਚਾਹੀਦੀ ਵੀ ਹਾਂਜੀ ਯੈਸ ਐਬਸੋਲੂਟਲੀ ਵੀ ਸ਼ੁੱਡ ਹੈਵ ਰਿਪਰੈਜ਼ੈਂਟੇਸ਼ਨ ਕਿਉਂਕਿ ਜਦੋਂ ਬੰਦੇ ਗੱਲ ਕਰਦੇ ਨੇ ਆਈ ਨੋ ਯੂਰ ਕਲਚਰ ਵੈਲ ਵੀ ਲਿਵ ਦ ਕਲਚਰ ਸਾਡੇ ਨੂੰ ਬੈਟਰ ਕੌਣ ਜਾਣਦਾ ਉਹ ਕਲਚਰ ਨੂੰ ਰਾਈਟ ਸੋ ਡੋਨਟ ਗਿਵ ਦੈਟ ਟੂ ਮੀ ਵੀ ਆਈ ਨੋ ਯੂਰ ਕਲਚਰ ਯੈਸ ਵੀ ਲਿਵ ਦੈਟ ਕਲਚਰ ਨੋਬਡੀ ਨੋਜ਼ ਬੈਟਰ ਆਵਰ ਕਲਚਰ ਦੈਨ ਵੀ ਡੂ ਪਰ ਅਗਰ ਅਸੀਂ ਕਹੀਏ ਵੀ ਸਿਰਫ ਅਸੀਂ ਇੱਥੇ ਕਿਉਂਕਿ ਸਾਊਥ ਈਸਟ ਦੇ ਵਿੱਚ ਅਗਰ ਆਪਾਂ ਲੈ ਕੇ ਚੱਲੀਏ ਆਪਣੀ ਹਿਊਜ ਪਾਪੂਲੇਸ਼ਨ ਹੈਗੀ ਹਾਂਜੀ ਰਾਈਟ ਪਰ ਇੱਥੇ ਤੁਸੀਂ ਰਿਜ਼ਲਟ ਦੇਖਿਆ ਹੀ ਆ ਵੀ ਆਪਣੀ ਰਿਪਰੈਜ਼ੈਂਟੇਸ਼ਨ ਅਗਰ ਆਪਣੇ ਇਸੇ ਲੈ ਕੇ ਚੱਲੀਏ ਵੀ ਆਪਣੇ ਇਟ ਡਸਨਟ ਵਰਕ that way ਕਿਉਂਕਿ ਜਿਹੜਾ ਅੱਜ ਦਾ ਵੋਟਰ ਆ ਨਾ ਜੀ they look at what do you bring to the table ਤੁਹਾਡੀਆਂ credentials ਕੀ ਹੈਗੀਆਂ ਤੁਹਾਡੀ ਸੋਚ ਕੀ ਹੈਗੀ ਆ yes they don't really look at the skin of your color they don't and that's a big change it's a huge change ਠੀਕ ਆ ਸਾਨੂੰ ਲੱਗਦਾ ਵੀ ਆਪਣੀ ਕਮਿਊਨਿਟੀ ਆ ਸਾਨੂੰ ਇਹਨਾਂ ਨੇ ਵੋਟਾਂ ਪਾ ਦੇਣੀਆਂ to an extent ਜੀ ਪਰ ਜਦੋਂ ਤੁਸੀਂ ਲਾਰਜਰ ਫੀਲਡ ਦੇ ਵਿੱਚ ਜਾਂਦੇ ਆ ਨਾ ਜੀ ਮੇਨ ਸਟ੍ਰੀਮ ਦੇ ਵਿੱਚ ਜਾਂਦੇ ਆ ਨਾ ਜੀ ਉਹ very limited ਹੋ ਜਾਂਦਾ ਜੀ very limited ਹੋ ਜਾਂਦਾ ਉਹ ਫਿਰ ਲੋਕ ਦੇਖਦੇ ਆ ਜਿਹੜੇ ਤੁਹਾਡਾ ਬਾਇਓ ਕੀ ਹੈਗਾ what have you done for the community where have you been involved ਔਰ ਕੀਤਾ ਕੀ ਹੈਗਾ ਔਰ really important ਹੈਗਾ ਵੀ ਜਿਹੜਾ ਬੰਦਿਆਂ ਨੇ politically involve ਹੋਣਾ ਨਾ ਜੀ make sure you're watching your social media ਜੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਨਾ ਜੀ ਇਹ ਇੰਨਾ ਕੁ ਪਿੱਛੇ ਜਾ ਕੇ ਤੁਹਾਡੀਆਂ ਬੈਕਗ੍ਰਾਉਂਡ ਚੈੱਕ ਕਰਦੇ ਆ ਰਾਈਟਫੁਲੀ ਰੋਂਗਫੁਲੀ ਇਟ ਡਸਨਟ ਮੈਟਰ ਪਰ ਮੇਕ ਸ਼ੋਰ ਵੀ ਤੁਸੀਂ ਡਰੋਗੇਟਰੀ ਜਿਹੜੀਆਂ ਕਮੈਂਟਸ ਹੈਗੀਆਂ ਤੁਹਾਡੀ ਇਨਵੋਲਵਮੈਂਟ ਕਿਹੜੀਆਂ ਐਸੋਸੀਏਸ਼ਨਸ ਦੇ ਨਾਲ ਹੈਗੀਆਂ ਆਲ ਦੈਟ ਪਲੇਜ਼ ਅ ਸਿਗਨੀਫਿਕੈਂਟ ਰੋਲ ਵੀ ਜਦੋਂ ਤੁਸੀਂ ਮੇਨ ਸਟ੍ਰੀਮ ਨੂੰ ਅਪੀਲ ਕਰਨਾ ਨਾ ਜੀ ਵੀ ਸਪੈਸ਼ਲੀ ਜਦੋਂ ਤੁਸੀਂ ਪਹਿਲਾਂ ਐਂਟਰ ਕਰਦੇ ਆ ਹੁਣ ਮੈਂ ਇੱਕ ਟਰੈਕ ਰੈਕਡ ਮੇਰਾ ਹੈਗਾ ਮੈਂ ਲੈ ਸਕਦਾ ਵੀ ਮੈਂ ਐਜ਼ ਅ ਮਿਨਿਸਟਰ ਜਾਂ ਐਜ਼ ਐਨ MLA ਆਹ ਅਕੰਪਲਿਸ਼ ਕੀਤਾ ਪਰ ਜਦੋਂ ਮੈਂ ਪਹਿਲੀ ਵਾਰੀ ਆਇਆ ਮੈਨੂੰ ਪਤਾ ਵੀ ਕਿੰਨਾ ਕੁ ਡਿਫਿਕਲਟ ਸੀਗਾ ਇੱਕ ਇਨਕੰਬੈਂਟ ਨੂੰ ਅਨਸੀਟ ਕਰਨਾ ਔਰ ਕੀ ਕਹਿਣ ਦੀ ਲੋੜ ਸੀਗੀ ਮੈਨੂੰ ਕਿੱਦਾਂ ਕਹਿਣ ਦੀ ਲੋੜ ਸੀਗੀ ਫੋਰਚੂਨੇਟਲੀ ਬਈ ਮੇਰੀ ਜਿਹੜੀ ਸਪੋਰਟ ਟੀਮ ਸੀਗੀ ਉਹਨਾਂ ਨੇ ਮੈਨੂੰ ਇਨਫ ਪ੍ਰੈਪਰੇਸ਼ਨ ਕਿਉਂਕਿ ਮੈਂ ਵੀ ਐਵੇਂ ਤੁਹਾਨੂੰ ਕਹਾਂ ਵੀ ਮੈਂ ਤਾਂ ਬਹੁਤ ਮੈਨੂੰ ਪਤਾ ਸੀ ਨਨ ਆਫ ਦੈਟ ਪਰ ਇੱਕ ਮੈਨੂੰ ਸ਼ੌਕ ਸੀਗਾ ਵੀ ਮੈਨੂੰ ਪਤਾ ਹੋਣਾ ਚਾਹੀਦਾ ਜੇ ਮੈਂ ਕੰਜ਼ਰਵੇਟਿਵ ਪਾਰਟੀ ਲਈ ਰਨ ਕਰਨਾ what do they stand for ਜੀ what do they stand for on social issues what do they stand for on fiscal issues ਜੇ ਕਿਸੇ ਨੇ ਆਪਣੇ ਨੇ ਬੱਚੇ ਨੇ ਰਨ ਕਰਨਾ ਸਕੂਲ ਬੋਰਡ ਲਈ ਰਨ ਕਰਨਾ ਸਿਟੀ ਕਾਉਂਸਲ ਲਈ ਰਨ ਕਰਨਾ MLA ਲਈ ਰਨ ਕਰਨਾ MP ਲਈ ਰਨ ਕਰਨਾ ਜਿਹੜੀ ਵੀ ਸਿਲੈਕਟ ਪਾਰਟੀ ਆ ਨਾ ਜੀ ਜਿਹੜੇ ਲਈ ਵੀ ਉਹ ਬਲੀਵ ਕਰਦੇ ਆ ਐਕਚੁਅਲੀ ਬਲੀਵ ਕਰਦੇ ਆ not for an opportunity but fundamentally ਉਹ ਬਲੀਵ ਕਰਦੇ ਆ ਵੀ ਮੈਂ ਮੇਰੀਆਂ ਜਿਹੜੀਆਂ ਐਕਚੁਅਲ ਮੇਰੇ ਜਿਹੜੀ ਦਿਲੋਂ ਵੈਲਿਊਜ਼ ਜਿਹੜੀਆਂ ਹੈਗੀਆਂ ਨਾ ਜੀ ਉਹ ਇੱਥੇ ਲਾਏ ਕਰਦੀਆਂ I think then you will do a good job you will do justice to yourself and you will do justice to the community and you will be satisfied ਕਿਉਂਕਿ ਅਗਰ ਤੁਸੀਂ ਹਮੇਸ਼ਾ ਹੀ ਲੜੀ ਗਏ ਨਾ ਸੋਸ਼ਲ ਇਸ਼ੂਜ਼ ਤੇ ਕੌਨਸ਼ੀਅਸ ਰਾਈਟਸ ਇਸ਼ੂਜ਼ ਤੇ ਤੁਸੀਂ ਸੋਚਦੇ ਕੁਛ ਜਾਂ ਪਾਰਟੀ ਵਿੱਚ ਤੁਹਾਨੂੰ ਕੁਛ ਹੋਰ ਕਹਿ ਰਹੀ ਆ ਯੂ ਵਿਲ ਆਲਵੇਜ਼ ਬੀ ਤੁਹਾਡੇ ਦਿਮਾਗ ਚੋਂ ਯਾਰ ਕਰ ਤਾਂ ਲਿਆ ਪਰ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗਾ ਮੈਂ ਜ਼ਿਆਦਾ ਦੇਰ ਤੱਕ ਚੱਲਦੀ ਨਹੀਂ ਗੱਲ ਹਾਂ ਉਹ ਫਿਰ ਕਿਉਂਕਿ ਇੱਕ ਤੁਹਾਡੀ ਜਿਹੜੀ ਪਰਸਨਲ ਡਿਸਸੈਟਿਸਫੈਕਸ਼ਨ ਹੈ ਨਾ ਜੀ ਉਹ ਹੋ ਰਹੇਗੀ ਔਰ ਡੋਂਟ ਥਿੰਕ ਆਫ ਐਜ਼ ਪੋਲਿਟਿਕਸ ਐਜ਼ ਅ ਕਰੀਅਰ ਕਿਉਂਕਿ ਜਦੋਂ ਤੁਸੀਂ ਮੈਂ ਓਪਨਲੀ ਇਸ ਗੱਲ ਨੂੰ ਕਹਿਣਾ ਵੀ whether you're MLA you're MP ਤੁਹਾਨੂੰ ਨਾ ਜੇ ਤੁਸੀਂ 3 ਟਰਮਾਂ ਤੋਂ ਜ਼ਿਆਦਾ ਉੱਥੇ ਬੈਠੇ ਆ ਨਾ ਜੀ you're just looking for a job ਜੇ ਤੁਸੀਂ 3 ਟਰਮ 'ਚ ਕੁਝ ਨਹੀਂ ਅਕੰਪਲਿਸ਼ ਕੀਤਾ ਤੁਸੀਂ ਹੁਣ ਬਾਅਦ ਕੀ ਕਰਨਾ like seriously or same thing I say ਇੱਕ ਮੈਂ ਪ੍ਰੀਮੀਅਰ ਨੂੰ ਵੀ ਇਹ ਗੱਲ ਕਹੀ ਸੀਗੀ ਮੈਂ ਕਿਹਾ any time more than 2 terms ਜਦੋਂ ਪ੍ਰੀਮੀਅਰ ਰਹਿ ਜਾਂਦਾ ਨਾ ਜੀ if you really want a party renewal ਜਿੱਦਾਂ US ਦੇ ਸਿਸਟਮ ਹੈ ਜੀ ਦੋ ਟਰਮਾਂ ਜਦੋਂ ਤੁਸੀਂ ਪ੍ਰੈਜ਼ੀਡੈਂਟ ਰਹਿ ਗਿਆ ਤੀਜੀ ਟਰਮ ਲਈ ਤੁਸੀਂ ਨਹੀਂ ਰਹਿਣਾ ਕਰਨਾ ਐਵਰੀਬਾਡੀ ਨੋਜ਼ ਵੀ ਨੋਟ ਗੋਇੰ ਟੂ ਬੀ देयर ਦ ਥਰਡ ਟਰਮ ਜੇ ਅਗਰ ਆਪਾਂ ਇਦਾਂ ਦਾ ਸਿਸਟਮ ਇੱਥੇ ਬਣਾਈਏ ਨਾ ਜੀ ਆਈ ਥਿੰਕ ਜਿਹੜੀ ਇੱਕ ਰਿਨਿਊਅਲ ਹੈਗੀ ਆ ਪਾਰਟੀ ਦੀ ਰਿਨਿਊਅਲ ਕਹਿ ਲਓ ਇੱਕ ਮਾਡਰਨਾਈਜੇਸ਼ਨ ਤੁਸੀਂ ਕਹਿ ਲਓ ਜੋ ਉਹ ਲੈਂਦੀ ਜਾ ਸਕਦੀ ਆਵੇਗੀ that's the only way you're going to create it young blood ਤੁਸੀਂ ਲੈ ਕੇ ਆਉਣੇ ਆ different ਤੁਸੀਂ membership ਲੈ ਕੇ ਆਉਣੇ different ideas ਲੈ ਕੇ ਆਉਣੇ ਆ ਅਗਰ ਅਸੀਂ ਕਹੀਏ ਵੀ ਜੋ 1970 ਚ ਪੀਟਰ ਲੋਹੀਡ ਨੇ ਕੀਤਾ ਉਹ ਅਸੀਂ ਅੱਜ ਕਰ ਲਈਏ it's not going to happen ਕਿਉਂਕਿ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਚੇਂਜ ਹੋ ਗਈਆਂ Alberta have changed. People have changed. Demographics have changed. People's values have changed. So true. Yeah, ਅਗਰ ਆਪਾਂ ਉਹਨੂੰ
ਦੇਖੋ ਇਹਨਾਂ ਬੰਦਿਆਂ ਨੂੰ ਸਾਨੂੰ ਐਬਸੋਲੂਟ ਕ੍ਰੈਡਿਟ ਦੇਣਾ ਪੈਣਾ ਜੀ। ਲੁੱਕ ਐਟ ਪੀਟਰ ਲੋਹੀਡ, ਅਗਲਾ ਬੰਦਾ 50 ਸਾਲ ਪਹਿਲਾਂ ਸੋਚ ਰਿਹਾ ਪ੍ਰੋਗਰੈਸਿਵ ਕੰਜ਼ਰਵੇਟਿਵ ਜੀ, ਕੀ ਸੋਚ ਰਿਹਾ ਵੀ ਇਹ ਜਿਹੜੀ ਪਾਪੂਲੇਸ਼ਨ ਕਿੱਥੇ ਜਾ ਰਹੀ ਆ। ਕਈ ਵਾਰੀ ਤੁਸੀਂ ਨਾ ਜੀ ਬ੍ਰਾਇਨ ਮਰੂਨੀ ਦੀਆਂ ਸਪੀਚਾਂ ਸੁਣਿਓ, ਇਟ ਬਲੋਜ਼ ਮੀ ਅਵੇ ਬਈ ਯੂ ਨੋ ਉਹ ਬੰਦੇ ਕੀ ਸੋਚਦੇ ਆ। ਈਵਨ ਪਿਅਰ ਅਲੀਆ ਟਰੂਡੋ, ਜਸਟਿਨ ਟਰੂਡੋ ਸਾਹਿਬ ਦੇ ਫਾਦਰ 45 ਸਾਲ ਪਹਿਲਾਂ 50 ਸਾਲ ਪਹਿਲਾਂ ਕੀ ਉਹ 45 ਸਾਲ ਪਹਿਲਾਂ 40 ਸਾਲ ਪਹਿਲਾਂ ਉਹ ਕੀ ਸੋਚ ਰਹੇ ਸੀਗੇ। ਇਟ ਬੋਗਲਸ ਯੂਰ ਮਾਈਂਡ ਵੀ ਕਿੰਨਾ ਐਡਵਾਂਸ ਉਹਨਾਂ ਦੀ ਸੋਚ ਸੀਗੀ। ਲਾਈਕ ਓਨੈਸਟਲੀ ਭਾਵੇਂ ਨਹੀਂ ਅਸੀਂ ਲਿਬਰਲ ਪਾਰਟੀ ਨੂੰ ਬਲੌਕ ਕਰਦੇ, ਪਰ ਉਹਨਾਂ ਦੀ ਸੋਚ ਨੂੰ ਅਸੀਂ ਐਬਸੋਲੂਟਲੀ ਐਡਮਾਇਰ ਕਰਦੇ ਹਾਂ। ਯੂ ਨੋ ਕਈ ਉਹਨਾਂ ਦੀਆਂ ਪਾਲਿਸੀਆਂ ਸਟਾਰਟ ਕੀਤੀਆਂ, ਜਸਟਿਨ ਟਰੂਡੋ ਨੇ ਉਹਨੂੰ ਮੁੜ ਕੇ ਫਿਰ ਰੀਇੰਟਰੋਡਿਊਸ ਕਰ, ਕਿਉਂਕਿ ਉਹਨਾਂ ਤੋਂ ਨਹੀਂ ਉਹ ਪਾਸ ਕਰ ਰਹੇ, ਇਹਨਾਂ ਨੇ ਇਹ ਇੰਟਰੋਡਿਊਸ ਕੀਤੀਆਂ। ਯੂ ਨੋ ਉਹਨੇ ਹੀ ਸੈਡ ਬਈ ਹੇ ਐਜ਼ ਪੋਲੀਟੀਸ਼ੀਅਨਸ ਵੀ ਹੈਵ ਨੋ ਪਲੇਸ ਇਨ ਪੀਪਲਸ ਬੈਡਰੂਮਸ। ਯੂ ਨੋ ਲੀਗਲਾਈਜੇਸ਼ਨ ਆਫ ਤੁਸੀਂ ਯੂ ਨੋ ਗੇਜ਼ ਐਂਡ ਲੈਸਬੀਅਨਸ ਔਰ ਯੂ ਨੋ ਬਾਈਸੈਕਸ਼ੁਅਲ ਜੋ ਵੀ ਆਪਾਂ ਕਹਿ ਰਹੇ ਹਾਂ, ਜੋ ਅੱਜ ਕਿ ਜਿਹੜਾ ਆਪਣੇ ਬੱਚੇ ਹੈਗੇ ਉਹ ਇਹ ਗੱਲਾਂ ਨੂੰ ਮੰਨਦੇ ਨਹੀਂ। ਸਾਨੂੰ ਇਹ ਗੱਲ ਜਿੰਨਾ ਚਿਰ ਉਹ ਜਦੋਂ 50 ਸਾਲ ਪਹਿਲਾਂ ਸੋਚ ਰਹੇ ਸੀਗੇ, ਰਾਈਟ। ਸੋ ਯੂ ਗੋਟਾ ਐਡਮਾਇਰ ਦੋਜ਼ ਪੀਪਲ ਐਂਡ ਯੂ ਗੋਟਾ ਰੀਡ ਦੋਜ਼ ਪੀਪਲ ਵੀ ਉਹ ਬੰਦੇ ਕੀ ਕਹਿ ਰਹੇ ਸੀਗੇ। ਔਰ I think they were right. This is where Alberta is going to be. And where the world is moving forward. And plus ਤੁਸੀਂ ਬੜਾ ਵਧੀਆ ਦੱਸਿਆ ਕਿ ਤੁਹਾਨੂੰ ਇੱਕ ਤਰ੍ਹਾਂ ਦੀ you should be passionate about. Oh, absolutely 100%. Don't look for a job. ਵੀ ਸਾਨੂੰ ਇਹ ਜੌਬ ਚਾਹੀਦੀ ਹੈ ਜੀ, ਇੰਨੇ ਕਿ ਜੌਬ ਹੈਗੀ ਆ ਤੇ ਯੂ ਨੋ ਹੋ ਜਾਣ ਜੌਬ ਔਰ ਪਾਵਰ। ਕਿਉਂਕਿ ਅਕਸਰ ਕਿਉਂਕਿ ਭਾਰਤ ਤੋਂ ਆਪਾਂ ਲੋਕ ਜਿਹੜੇ ਆਪਣੀ ਉਹੀ ਬੈਕਗ੍ਰਾਉਂਡ ਕਰਕੇ ਨਾ ਦੇਖਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਮਨੀ ਪਾਵਰ ਐਂਡ ਇੱਕ ਸਟੇਟਸ ਤੁਸੀਂ ਆਪਣਾ ਬਣਾ ਲੈਂਦੇ ਹੋ। ਪਰ ਆਈ ਥਿੰਕ ਜਿਹੜੀ ਪੋਲਿਟਿਕਸ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਨੂੰ ਇੱਕ ਤਰ੍ਹਾਂ ਦਾ ਪੈਸ਼ਨ ਹੋਣਾ ਚਾਹੀਦਾ ਆਪਣੇ ਦੇਸ਼ ਵਾਸਤੇ, ਆਪਣੇ ਸੂਬੇ ਵਾਸਤੇ ਜਾਂ ਆਪਣੇ ਸ਼ਹਿਰ ਦੇ ਕਿਸੇ ਕੰਮ ਵਾਸਤੇ ਕਿ ਮੈਂ ਇਸ ਕਰਕੇ ਕਰ ਰਿਹਾ। ਦੈਟ ਸ਼ੁੱਡ ਬੀ ਦ ਫਰਸਟ ਥਿੰਗ ਬਿਫੋਰ ਥਿੰਕਿੰਗ ਕਿ ਮੇਰੇ ਕੋਲ ਆ ਪੋਜੀਸ਼ਨ ਆ ਜਾਏ। ਉਹ ਪੋਜੀਸ਼ਨ ਦਾ ਫਾਇਦਾ ਕਿ ਇੱਥੇ ਤੁਸੀਂ ਕਹਿੰਦੇ ਹੁੰਦੇ ਵੀ ਗਲਤ ਕੰਮ ਕਰਾ ਨਹੀਂ ਸਕਦੇ ਜੀ, ਤੇ ਸਹੀ ਨੂੰ ਤੁਸੀਂ ਰੋਕ ਨਹੀਂ ਸਕਦੇ ਜੀ। ਸੋ ਯੂ ਹੈਵ ਟੂ ਬੀ ਅ ਸਰਵੈਂਟ ਲੀਡਰ। ਜੇ ਤੁਹਾਡੇ ਵਿਲਿੰਗਨੈਸ ਹੀ ਐਨੀ ਸਰਵ ਕਰਨ ਦੀ ਔਰ ਨਿਮਰਤਾ ਹੀ ਐਨੀ ਸਰਵ ਕਰਨ ਦੀ, ਤੇ ਦੈਨ ਯੂ ਆਰ ਲੁਕਿੰਗ ਫॉर ਅ ਜੌਬ। ਐਂਡ ਜੌਬ ਵੀ ਜਿਹੜੀ ਹੈਗੀ ਆ ਲਾਈਕ ਆਈ ਸੈਡ ਵੀ 3 ਟਰਮਾਂ ਤੋਂ ਬਾਅਦ ਤਾਂ you're just looking for a job and I don't think that should be it। ਠੀਕ ਆ ਵੀ ਯੂ ਨੋ ਤੁਸੀਂ ਇਹ ਨਾ ਲੈ ਕੇ ਚਲੋ ਵੀ ਯਾਰ ਸਾਨੂੰ ਪੈਨਸ਼ਨ ਮਿਲ ਜਾਣੀ, ਪੈਨਸ਼ਨ ਹੈ ਹੀ ਨਹੀਂ, ਨਾ ਐਮਐਲਏ ਦੀ ਪੈਨਸ਼ਨ ਆ, ਨਾ ਸਿਟੀ ਕਾਉਂਸਲ ਦੀ ਪੈਨਸ਼ਨ ਆ, ਨਾ ਕੋਈ। ਹਾਂ, ਫੈਡਰਲੀ ਇਟਸ ਅ ਡਿਫਰੈਂਟ ਮੈਟਰ। ਉਹ ਵੀ ਆਫਟਰ ਅ ਸਰਟਨ ਟਾਈਮ ਐਂਡ ਅ ਸਰਟਨ ਏਜ ਐਂਡ ਅ ਸਰਟਨ ਟਾਈਮ। ਹੁਣ ਇੱਥੇ ਪ੍ਰਾਈਮ ਐਗਜ਼ਾਮਪਲ ਤੁਹਾਨੂੰ ਦੇਣਾ ਜੀ, ਕੈਰੀ ਡਿਓਟ ਆ ਵਿਚਾਰਾ ਹਾਰ ਗਿਆ, ਉਹਦਾ 6 ਵੀਕਾਂ ਰਹਿੰਦੇ ਸੀ ਉਹਨੂੰ ਪੈਨਸ਼ਨ ਮਿਲਣ ਲਈ। ਅੱਛਾ ਜੀ, that's gone. It's gone. It's not going to get it. At least my understanding. I don't know the full story, but that's what I heard second-hand information, right? But don't get in politics for a job. Unless you're passionate about something, you actually want to accomplish something. Bande puche to karna ki jaake bhi. Yeah, you need to have a goal, you know. So fortunately, I feel personally, you know, kirpa upar wale di. You worked for it. We worked hard. Me and my wife, we worked very, very hard. ਅਸੀਂ ਦੋ ਜੌਬਾਂ ਕਿੰਨੇ ਸਾਲ ਕੀਤੀਆਂ, ਰਾਈਟ। ਈਵਨ ਟੀਚਿੰਗ ਦਾ ਮੈਂ ਜਦੋਂ ਕਰਦਾ ਸੀ, ਮੈਂ ਵੀਕਐਂਡ ਦੇ ਵੀ ਕੰਮ ਕਰਦੇ ਹੁੰਦੇ ਸੀ। ਸਮਰ ਦੇ ਵਿੱਚ ਮੈਂ ਜੇਲ੍ਹ ਚ ਪੜਾਉਂਦਾ ਰਿਹਾ, ਯੂ ਨੋ ਯੰਗ ਅਫੈਂਡਰ ਸੈਂਟਰ ਦੇ ਵਿੱਚ, ਰਾਈਟ। ਵੀ ਘਰ ਬੈਠ ਕੇ ਹੀ ਕਰਨਾ, 2 ਹਫ਼ਤੇ ਬਥੇਰੇ ਛੁੱਟੀਆਂ ਲਈ, ਇੰਨੀਆਂ ਛੁੱਟੀਆਂ ਲੈ ਕੇ ਕਰਨੀਆਂ ਕੀ ਆ, ਮਕੈਨਿਕੀ ਦਾ ਵੀਕਐਂਡ ਤੇ ਕੰਮ ਕਰੀ ਜਾਣਾ, ਆਪਣੇ ਹੌਲੀਡੇ ਚ ਕਰੀ ਜਾਣਾ, ਈਵਨ ਵੈਨ ਆਈ ਵਾਸ ਟੀਚਿੰਗ। ਸੋ ਯੈਸ, ਬਟ ਇੱਕ ਟਾਈਮ ਆਇਆ ਜੀ ਜਦੋਂ ਠੀਕ ਹੈ ਜੀ, ਕਿਸਮਤ ਕਿਸਮਤ ਵੀ ਕਹਿ ਸਕਦੇ ਹਾਂ, ਜਦੋਂ ਤੁਸੀਂ ਗੱਲ ਕੀਤੀ ਵੀ ਕਿਸਮਤ ਅਜਮਾਉਣ ਦਾ, ਬਟ ਸਮਾਂ ਜਿਹੜਾ ਹੈਗਾ ਨਾ ਜੀ, ਤੁਹਾਡੇ ਉੱਪਰ ਵਾਲੇ ਨੇ ਉਹ ਰਾਹ ਖੋਲ ਦੇਣੇ ਆ। ਪਰ ਮੇਕ ਸ਼ੋਰ ਯੂ ਹੈਵ ਅ ਵਿਜ਼ਨ ਫॉर yourself, ਮੇਕ ਸ਼ੋਰ ਯੂ ਹੈਵ ਅ ਵਿਜ਼ਨ ਵਾਈ ਯੂ ਵਾਂਟ ਟੂ ਡੂ ਪਬਲਿਕ ਸਰਵਿਸ, ਲਾਈਕ ਵਾਟਸ ਦੀ ਅਲਟੀਮੇਟ ਆਬਜੈਕਟਿਵ, ਤੁਸੀਂ ਅਕੰਪਲਿਸ਼ ਕੀ ਕਰਨਾ ਚਾਹੁੰਦੇ ਆ। ਕਿਆ ਬਾਤ ਹੈ, ਥੈਂਕ ਯੂ ਸੋ ਮਚ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਆਪਾਂ ਵੈਸੇ ਤਾਂ ਬਹੁਤ ਵਾਰੀ ਮਿਲੇ ਆ, ਕਈ ਵਾਰੀ ਤੁਹਾਨੂੰ ਪਹਿਲਾਂ ਵੀ ਇੰਟਰਵਿਊ ਕੀਤੀ, ਪਰ ਇਸ ਡੈਪਥ ਤੱਕ ਨਹੀਂ ਅਬਾਊਟ ਯੂ, ਅਬਾਊਟ ਯੋਰ ਲਾਈਫ। ਥੈਂਕ ਯੂ ਐਂਡ ਵਿਸ਼ਿੰਗ ਯੂ ਆਲ ਦਾ ਬੈਸਟ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਰਾਈਟ, ਹੈਵ ਅ ਗੁੱਡ ਡੇ। ਥੈਂਕ ਯੂ ਜੀ, ਹੈਵ ਅ